ਛਾਵੇਂ ਖਰਚੈ ਰਲ ਮਿਲ ਭਾਈ, ਟੋਟ ਨ ਆਵੈ ਵਦ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੈ ਲਿਆ ਰਲਾਇ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੈ ਲਿਆ ਰਲਾਇ। ਪਰਮ ਸਤਿਕਾਰਯੋਗ ਗੁਰੂ ਗਰੀਬ ਨਿਵਾਸ ਰੂਹਾਨੀਅਤ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰੂਪ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਆਖਦੇ ਨੇ, ਜਿਨ੍ਹਾਂ ਦੇ ਮੱਥੇ 'ਤੇ ਪਾਗ ਨੇ ਉਹ ਇਸ ਪਾਵਨ ਬਾਣੀ ਦੇ ਭਗਤੀ ਖਜ਼ਾਨੇ ਨਾਲ ਜੁੜਦੇ ਨੇ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਏ। ਉਹਨਾਂ ਨੂੰ ਮਾਲਕ ਇਸ ਨੂੰ ਖਰਚਣ ਦੀ, ਇਸ ਨੂੰ ਵਰਤਣ ਦੀ ਦਾਤ ਬਖਸ਼ਿਸ਼ ਕਰਦਾ। ਸੋ ਵਡਭਾਗੀ ਹੋ ਜਿੰਨੇ ਵੀ ਪਾਵਨ ਬਾਣੀ ਨੂੰ ਸਰਵਣ ਕਰ ਰਹੇ ਹੋ। ਜਪਜੀ ਸਾਹਿਬ ਦੀ ਪਾਵਨ ਬਾਣੀ, ਕੱਲ੍ਹ ਤੱਕ ਸਾਹਿਬ ਜੀ ਦੀ ਅਸੀਸ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੇ 7ਵੀਂ ਪੌੜੀ ਤੱਕ ਦਾ ਉਚਾਰਨ ਵਿਚਾਰ ਸਾਂਝੇ ਕੀਤੇ ਸਨ। ਇਸ ਤੋਂ ਅੱਗੇ ਆਪਾਂ ਅੱਜ ਵਿਚਾਰ ਸ਼ੁਰੂ ਕਰਨੇ ਹੈ। ਜਿੰਨੇ ਵੀ ਆਪ ਜੀ ਸੱਜੇ ਹੋ, ਸਕਰੀਨ 'ਤੇ ਜ਼ਰੂਰ ਧਿਆਨ ਮਾਰ ਲਿਆ ਕਰੋ, ਕਿਉਂਕਿ ਸੁਣਨਾ, ਸੁਣ ਕੇ ਸਮਝਣਾ, ਸਮਝ ਕੇ ਜੀਵਨ 'ਚ ਸਮਾ ਜਾਣਾ। 3 ਸੱਸੇ ਆਪਾਂ ਕਹਿ ਲਈਏ। ਸੱਸਾ ਸੁਣਨਾ ਹੈ, ਫਿਰ ਮਨ ਕਰਕੇ ਸੱਸਾ ਸਮਝਣਾ ਹੈ, ਫਿਰ ਜੀਵਨ ਕਰਕੇ ਸੱਸਾ ਸਮਾ ਜਾਣਾ। ਜੋ ਸੁਣੀਏ ਉਹਨੂੰ ਸਮਝੀਏ, ਜੋ ਸਮਝਿਆ ਹੈ ਉਹ ਜੀਵਨ ਵਿੱਚ ਵੀ ਸਮਾਏ, ਸਾਡੇ ਬੋਲਾਂ 'ਚ, ਸਾਡੇ ਕਰਮ 'ਚ, ਸਾਡੇ ਸੁਭਾਅ ਨਾਲ। ਸੋ ਆਓ ਆਪਾਂ ਪਾਠ ਸ਼ੁਰੂ ਕਰੀਏ। ਪਿਆਰ ਨਾਲ ਸਾਰੇ ਆਖੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ। ਦਾਸ ਪੜ੍ਹੇਗਾ, ਫਿਰ ਤੁਸੀਂ ਪੜ੍ਹਿਓ। ਪੌੜੀ ਦਾ ਜਾਪ ਕਰਕੇ ਫਿਰ ਆਪਾਂ ਉਚਾਰਨ ਵਿਚਾਰ ਨਾਲ ਸਾਂਝ ਪਾਵਾਂਗੇ। ਸੁਣਿਐ ਸਿੱਧ ਪੀਰ ਸੁਰਨਾਥ। ਸਾਰੇ ਧਿਆਨ ਦਿਓ। ਸੁਣਿਐ, ਸੁਣੀਐ ਦੀ ਆਵਾਜ਼ ਨਹੀਂ ਆਉਣੀ ਚਾਹੀਦੀ। ਮਣਾਣੇ ਨੂੰ ਸਿਆਰੀ ਤੁਸੀਂ ਦੇਖੋ ਧਿਆਨ ਨਾਲ। ਸੋ ਸੁਣਿਐ, ਸੁਣਿਐ ਸਿੱਧ ਪੀਰ ਸੁਰਨਾਥ। ਸੁਣਿਐ ਧਰਤ ਧਵਲ ਆਕਾਸ। ਸੁਣਿਐ ਦੀਪ ਲੋ ਪਾਤਾਲ। ਸੁਣਿਐ ਪੋਹ ਨਾ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ। ਸੁਣਿਐ ਦੁਖ ਪਾਪ ਕਾ ਨਾਸ। ਅਜੇ ਵੀ ਸੰਗਤ 'ਚੋਂ ਆਵਾਜ਼ ਸੁਣੀਐ ਦੀ ਆ ਰਹੀ ਹੈ। ਆਪਾਂ ਪਿੱਛੇ ਪੜ੍ਹਿਆ ਗਾਵੀਐ, ਸੁਣੀਐ, ਮਨ ਰੱਖੀਐ ਭਾਉ। ਜਦੋਂ ਬਿਹਾਰੀ ਲੱਗੀ ਹੋਏਗੀ ਨਾਣੇ ਨਾਲ, ਉਦੋਂ ਇਹਦਾ ਅਰਥ ਹੋ ਜਾਂਦਾ ਹੈ ਸੁਣੋ, ਸੁਣੀਐ ਭਾਈ, ਆਪਾਂ ਸੁਣੀਏ। ਹੁਣ ਨਾਣੇ ਨੂੰ ਸਿਹਾਰੀ ਲੱਗੀ ਹੈ ਸੁਣਿਐ, ਇਹਦਾ ਅਰਥ ਹੈ ਸੁਣਨ ਕਰਕੇ। ਜੇ ਸੁਣਾਂਗੇ ਤਾਂ ਕੰਡੀਸ਼ਨ ਰੂਪ ਅੰਦਰ। ਸੋ ਬੜਾ ਖਿਆਲ ਰੱਖਣ ਦੀ ਲੋੜ ਹੈ। ਅਰਥਾਂ ਦਾ ਬਿਲਕੁਲ ਵਿਪਰੀਤ ਪ੍ਰਗਟਾਵਾ ਹੋ ਜਾਂਦਾ ਹੈ ਜੇ ਆਪਾਂ ਬਿਹਾਰੀ ਜਾਂ ਸਿਹਾਰੀ ਉਚਾਰਨ ਕਰਦੇ ਹਾਂ। ਸੋ ਇੱਥੇ ਸਭਨਾਂ ਨੇ ਸੁਣਿਐ ਉਚਾਰਨ ਕਰਨਾ। ਨਾਣੇ ਦੇ ਨਾਲ ਸਿਹਾਰੀ ਹੈ, ਬਿਹਾਰੀ ਨਹੀਂ। ਇਹ ਖਿਆਲ ਕਰਨਾ। ਸਹਿਜੇ ਸਹਿਜੇ ਤੁਸੀਂ ਘਰਾਂ 'ਚ ਪਾਠ ਕਰਦੇ ਹੋ, ਜ਼ਰੂਰ ਥੋੜ੍ਹਾ ਜਿਹਾ ਧਿਆਨ ਨਾਲ ਵੇਖਿਓ। ਜਿਨ੍ਹਾਂ ਦਾ ਉਚਾਰਨ ਸੁਣੀਐ ਹੁੰਦਾ ਹੈ, ਉਹ ਫਿਰ ਸੁਣਿਆ 'ਚ ਬਦਲ ਜਾਏਗਾ। ਅਤੇ ਸੱਚ ਜਾਣਿਓ, ਸੰਸਾਰ ਦਾ ਸੰਬੰਧ ਵੇਖਣ ਨਾਲ ਹੈ ਪਹਿਲਾਂ। ਧਰਮ ਦਾ, ਨਿਰੰਕਾਰ ਦਾ ਸੰਬੰਧ ਸੁਣਨ ਦੇ ਨਾਲ। ਅੱਖਾਂ ਨਹੀਂ ਭਗਤ ਹੋਏ ਨੇ,
ਬਾਬਾ ਸੂਰਦਾਸ ਜੀ ਬਾਣੀ 'ਚ ਬੈਠੇ ਨੇ, ਅੱਖਾਂ ਨਹੀਂ ਸਨ, ਪਰ ਉਹਨਾਂ ਕੋਲ ਉਹ ਭਗਤੀ ਹੈ, ਬੰਦਗੀ ਹੈ, ਆਤਮ ਦਾ ਬੋਧ ਹੈ, ਕਿਉਂਕਿ ਇਸ ਵੇਖਣ ਦਾ ਸੰਬੰਧ ਸੰਸਾਰ ਨਾਲ ਹੈ। ਪਰਮਾਤਮਾ ਇਹਨਾਂ ਦੀਦਿਆਂ ਨਾਲ ਦਿਸਦਾ ਹੀ ਨਹੀਂ। ਗੁਰੂ ਸਾਹਿਬ ਨੇ ਆਖਿਆ, ਨਾਨਕ ਸੇ ਅੱਖੀਆਂ ਬਿਆਨ ਜਿੰਨੀ ਦਿਸੰਦੋ ਮਾਂ ਪਿਰੀ। ਉਹ ਅੱਖਾਂ ਹੋਰ ਨੇ, ਉਹ ਕਿਹੜੀਆਂ ਨੇ? ਸੁਰਤ ਦੇ ਨੇਤਰ। ਸੁਰਤ ਦੇ ਨੇਤਰ ਜਿਨ੍ਹਾਂ ਨਾਲ ਆਪਾਂ ਗੁਰੂ ਵਾਹਿਗੁਰੂ ਦੇ ਦੀਦਾਰ ਕਰ ਸਕਦੇ ਹਾਂ। ਸੋ ਬੜਾ ਵੱਡਾ ਮਹਾਤਮ ਹੈ ਗੁਰੂ ਨਾਨਕ ਦੇ ਦਰ ਘਰ ਵਿੱਚ, ਤੇ ਸੁਣਨ ਤੋਂ ਮੈਂ ਕਹਿੰਦਾ ਕੋਈ ਵੱਡਾ ਤਪ ਜਪ ਹੋ ਹੀ ਨਹੀਂ ਸਕਦਾ। ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਗੁਰਦੇਵ ਦੀ ਬਾਣੀ ਕਹਿੰਦੀ ਉਹਨੂੰ ਕਿੰਨੇ ਕਰੋੜਾਂ ਜੱਗਾਂ ਤਪ ਜਪ ਸਭ ਕੁਝ ਆ ਗਿਆ। ਜਿਹਨੇ ਸੁਣਿਆ ਫਿਰ ਉਸ ਨੂੰ ਗਾਇਆ ਮਾਣਿਆ ਜੀਵਨ ਅੰਦਰ। ਸੋ ਬੜਾ ਵੱਡਾ ਮਹਾਤਮ ਹੈ ਸੁਣਨ ਦਾ। ਤੇ ਸੰਗਤ ਜਾਏ ਆਪਾਂ, ਪੜ੍ਹਨਾ ਨਿੱਜੀ ਹੁੰਦਾ ਹੈ, ਸੁਣਨਾ ਸੰਗਤੀ ਹੁੰਦਾ। ਸੁਣਾਂਗੇ ਤਾਂ ਨਾ ਜੇ ਕਿਸੇ ਕੋਲ ਬੈਠੇ। ਪੜ੍ਹਨਾ ਨਿੱਜੀ ਐਵੇਂ ਪੜ੍ਹ ਰਹੇ ਹਾਂ। ਸਿੱਖ ਜਦੋਂ ਗੁਰੂ ਕੀ ਬਾਣੀ ਪੜ੍ਹੇ ਨਾਲ ਨਾਲ ਸੁਣੇ ਵੀ, ਮਨ ਦੀ ਸੁਰਤ ਦੀ ਵੀ ਹਾਜ਼ਰ ਨਾਜ਼ਰਤਾ ਉੱਥੇ ਚਾਹੀਦੀ। ਇਕੱਲਾ ਨਾ ਸਿੱਖ ਕੁਝ ਵੀ ਕਰੇ। ਸੋ ਗੁਰੂ ਸਾਹਿਬ ਜੀ ਦਾ ਸ਼ਬਦ ਇੱਕੋ ਵਾਰ ਧਿਆਨ ਨਾਲ ਸੁਣਿਆ ਸੀ, ਭਾਈ ਵਾਕਈ ਸੱਜਣ ਬਣ ਗਏ। ਧਿਆਨ ਲਾਇਆ, ਬਾਬਾ ਕੀ ਗਾ ਰਹੇ, ਇਨ ਤੇ ਮੈਂ ਲੁੱਟਣਾ ਸੀ। ਤੇ ਗੁਰੂ ਨਾਨਕ ਸਾਹਿਬ ਗਾ ਰਹੇ ਸਨ, ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਜਿੰਨਾ ਗਹਿਰਾ ਸੁਣਾਂਗੇ ਉਹਨਾਂ ਜੀਵਨ ਵਿੱਚ ਪ੍ਰਭਾਵ ਜ਼ਿਆਦਾ ਹੋਵੇ। ਜਿੰਨਾ ਡੂੰਘਾ ਤੇ ਕੰਨਾਂ ਨਾਲ ਸੁਣਿਆ ਜਾਂਦਾ ਹੈ, ਮਨ ਨਾਲ ਸਮਝਿਆ ਜਾਂਦਾ ਹੈ, ਆਤਮ ਨਾਲ ਸਮਾਇਆ ਜਾਂਦਾ ਹੈ। ਸੋ ਸਤਿਗੁਰ ਨੇ ਇਹ ਸੁਣਿਆਂ ਦੀਆਂ 4 ਪੌੜੀਆਂ ਬਖਸ਼ਿਸ਼ ਕੀਤੀਆਂ ਨੇ, ਤੇ ਅੱਗੇ ਮੰਨੇ ਦੀ ਆਉਣਗੀਆਂ। ਅਸਲ ਸੁਣਨਾ ਇਕੱਲਾ ਸੁਣਨਾ ਹੀ ਨਹੀਂ ਹੈ ਕੰਨਾਂ ਨਾਲ। ਸੁਣਨ ਦੇ ਨਾਲ ਦਾ ਅਰਥ ਹੈ ਮੰਨਣਾ। ਸੁਣਨ ਦਾ ਭਾਵ ਇਕੱਲਾ ਸੁਣਨਾ ਨਹੀਂ, ਉਹਦਾ ਅਰਥ ਨਾਲ ਮੰਨਣਾ ਵੀ ਹੋ ਜਾਂਦਾ ਹੈ। ਸੁਣਿਆ ਉਹਦਾ ਹੀ ਪ੍ਰਵਾਨ ਹੈ ਜਿਸ ਨੇ ਮੰਨਿਆ ਹੈ। ਸੋ ਸਤਿਗੁਰੂ ਇਹ ਕਿਰਪਾ ਕਰਦੇ ਨੇ, ਸੁਣਿਆ ਸਿੱਧ ਪੀਰ ਸੁਰਨਾਥ। ਗੁਰੂ ਦੀ ਨਾਮ ਸਿੱਖਿਆ ਸੁਣੇ, ਸੁਣਨ ਕਰਕੇ ਜੇ ਸੁਣੀ ਜਾਏ। ਫਿਰ ਇੱਕ ਬੜੀ ਵੱਡੀ ਸਿੱਧਾਂ ਦੀ ਇੱਕ ਜਮਾਤ ਹੈ, ਇੱਕ ਉਹਨਾਂ ਦੀ ਪਦਵੀ ਹੈ ਸਿੱਧਾਂ ਦੀ। ਪੀਰ ਜਿਵੇਂ ਇਸਲਾਮ ਜਗਤ ਵਿੱਚ ਬੜੀ ਵੱਡੀ ਪਦਵੀ ਹੈ ਪੀਰ ਦੀ। ਸੁਰ ਦੇਵਤੇ, ਨਾਥ ਜੋਗੀ ਰਾਜ ਜਿਹੜੇ ਨੇ। ਤੇ ਸਾਹਿਬ ਕਹਿੰਦੇ ਜਿੰਨੀਆਂ ਵੀ ਇਹ ਪਦਵੀਆਂ ਨੇ, ਜਿਹਨੇ ਗੁਰੂ ਦੀ ਸਿੱਖਿਆ ਨੂੰ, ਨਾਮ ਨੂੰ ਸੁਣ ਲਿਆ, ਉਹ ਸਹਿਜੇ ਹੀ ਇਹਨਾਂ ਪਦਵੀਆਂ ਤੋਂ ਉੱਪਰ ਉੱਠ ਗਿਆ। ਸੁਤੇ ਸਿੱਧ ਉਹਦੇ ਜੀਵਨ 'ਚ ਉਹ ਭਾਵ, ਉਹ ਗਿਆਨ, ਉਹ ਬੋਧ ਪ੍ਰਗਟ ਹੋ ਜਾਣਾ। ਜਿਸ ਨੂੰ ਸਿੱਧ ਲੋਚਦੇ ਰਹੇ, ਪੀਰ ਲੋਚਦੇ ਰਹੇ, ਨਾਥ ਜੋਗੀ ਲੋਚਦੇ ਰਹੇ। ਸੁਣਿਆ ਧਰਤ ਧਵਲ ਆਕਾਸ਼। ਗੁਰੂ ਦੀ ਨਾਮ ਸਿੱਖਿਆ ਜੇ ਸੁਣੀ ਜਾਏ ਤਾਂ ਧਰਤੀ ਧਵਲ, ਜਿਹੜੀ ਆ ਧਰਤੀ ਦੇ ਸਹਾਰੇ ਤੇ ਖਲੋਤੀ ਹੈ। ਸਨਾਤਨੀ ਮਨੌਤ ਅਨੁਸਾਰ ਧਰਤੀ ਦੇ ਭਾਰ ਨੂੰ ਥੰਮਣ ਵਾਲਾ ਚਿੱਟਾ ਬਲ। ਸਾਹਿਬ ਕਹਿੰਦੇ ਆਕਾਸ਼ ਤੇ ਦੈਵੀ ਆਕਾਸ਼ ਹੈ ਜਿਹੜਾ। ਸੁਤੇ ਸਿੱਧੀ ਸਾਹਿਬ ਜੀ ਕਹਿੰਦੇ ਸਮਝ ਆ ਜਾਂਦੀ ਸੁਣ ਕਰਕੇ, ਸਭ ਨੂੰ ਆਧਾਰ ਮੇਰੇ ਮਾਲਕ ਵਾਹਿਗੁਰੂ ਨੇ ਬਖਸ਼ੇ। ਜਿੱਥੇ ਕਿਤੇ ਸਾਰੇ ਵਸੀਲੇ ਆਧਾਰ ਉਹਦੇ ਬਣਾਏ ਨੇ। ਸੁਣਿਆ ਦੀਪ ਲੋ ਪਾਤਾਲ। ਗੁਰੂ ਦੀ ਸਿੱਖਿਆ ਨੂੰ, ਨਾਮ ਨੂੰ ਸੁਣਨ ਕਰਕੇ ਸਾਹਿਬ ਕਹਿੰਦੇ ਜਿਹੜੇ ਦੀਪ ਨੇ, ਜਿਹਨੂੰ ਆਪਾਂ ਟਾਪੂ ਕਹਿ ਦਿੰਦੇ ਹਾਂ, ਲੋਕ ਨੇ, ਪੁਰੀਆਂ ਨੇ, ਪਾਤਾਲ ਨੇ, ਕਿੰਨੀ ਵਿਆਪਕਤਾ ਹੈ, ਪਤਾ ਨਹੀਂ ਕਿੰਨੇ ਗ੍ਰਹਿ ਨਛੱਤਰ। ਗੁਰਦੇਵ ਕਹਿੰਦੇ ਇਹ ਅਨੁਭਵ ਹੋ ਜਾਂਦਾ ਹੈ ਵਾਹਿਗੁਰੂ ਤੂੰ ਸਰਬ ਵਿਆਪਕ ਹੈ। ਕੋਈ ਧਰਤੀ, ਕੋਈ ਦੀਪ, ਕੋਈ ਪਾਤਾਲ, ਕੋਈ ਲੋਕ ਤੇਰੀ ਹੋਂਦ ਤੋਂ ਵਾਂਝਾ ਨਹੀਂ। ਸਭ ਥਾਵਾਂ ਤੇ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਗੁਰਦੇਵ ਕਹਿੰਦੇ ਬੋਧ ਜੀਵਨ 'ਚ ਸੁਦੇ ਸਿੱਧ ਆ ਜਾਂਦਾ ਹੈ, ਵਾਹਿਗੁਰੂ ਤੇਰੀ ਵਿਆਪਕਤਾ ਸਭ ਪਾਸੇ ਹੈ। ਸੁਣਿਆ ਪੋਹ ਨਾ ਸਕੈ ਕਾਲ। ਆਪਾਂ ਇਹਨੂੰ ਪੋਹੇ ਵੀ ਪੜ੍ਹਦੇ, ਵੈਸੇ ਹਾਹੇ ਨੂੰ ਲੱਗੀ ਸਿਆਰੀ ਅਰਥ ਦੇ ਰਹੀ ਹੈ। ਸਾਹਿਬ ਕਹਿੰਦੇ ਸੁਣਿਆ ਸੁਣਨ ਕਰਕੇ
ਉਹ ਨਾ ਸਕੈ ਕਾਲ, ਕਾਲ ਦਾ ਅਰਥ ਹੈ ਮੌਤ, ਕਾਲ ਦਾ ਅਰਥ ਹੈ ਸਮਾਂ, ਕਾਲ ਦਾ ਅਰਥ ਹੈ ਮੌਤ ਦਾ ਡਰ। ਸਤਿਗੁਰ ਕਹਿੰਦੇ ਉਹਨੂੰ ਕਦੇ ਵੀ ਜਮਕਾਲ ਦਾ ਡਰ ਵਿਆਪਦਾ ਨਹੀਂ। ਰੱਬ ਦੇ ਪਿਆਰੇ ਡਰੇ ਨਹੀਂ, ਠੀਕ ਹੈ, ਵਾਹਿਗੁਰੂ ਜੰਮਣ ਮਰਨ ਤੇਰੇ ਹੁਕਮ ਦੇ ਵਿੱਚ। ਉਹਨਾਂ ਨੇ ਜਨਮ ਵੀ ਕਬੂਲ ਕੀਤਾ, ਮਰਨ ਵੀ ਕਬੂਲ ਕੀਤਾ, ਦੁੱਖ ਵੀ ਕਬੂਲ ਕੀਤਾ, ਸੁੱਖ ਵੀ ਕਬੂਲ ਕੀਤਾ। ਤੇ ਸਾਹਿਬ ਕਹਿੰਦੇ ਉੱਥੇ ਕਾਲ ਦਾ ਡਰ ਨਹੀਂ ਪਾਉਂਦਾ। ਨਾਨਕ ਭਗਤਾਂ ਸਦਾ ਵਿਗਾਸ। ਵੈਸੇ ਇਹਨੂੰ ਭਗਤਾ ਵੀ ਪੜ੍ਹਿਆ ਜਾਂਦਾ, ਪਰ ਇਹ ਬਹੁਵਚਨ ਰੂਪ ਅੰਦਰ ਆਪਾਂ ਇਹਨੂੰ ਪੜ੍ਹਨਾ ਹੈ। ਉਚਾਰਨ ਨਾਸਕੀ ਹੋਣਾ ਚਾਹੀਦਾ ਹੈ। ਭਗਤਾਂ, ਜ਼ਿਆਦੇ ਭਗਤਾਂ ਦੀ ਗੱਲ ਕੀਤੀ ਜਾਂਦੀ ਹੈ। ਨਾਨਕ ਭਗਤਾਂ ਸਦਾ ਵਿਗਾਸ। ਰੱਬ ਦੇ ਪਿਆਰੇ ਭਗਤ ਨੇ ਉਹ ਸਦਾ ਹੀ ਵਿਗਾਸ ਨੇ। ਆਪਾਂ ਸਵੇਰੇ ਖੁਸ਼ ਹਾਂ, ਸ਼ਾਮ ਨੂੰ ਹੋਰ ਹਾਂ, ਦੁਪਹਿਰੇ ਹੋਰ। ਸਾਡੇ 'ਚ ਸਦਾ ਵਿਗਾਸ ਨਹੀਂ ਹੁੰਦਾ। ਕਾਰਨ ਕੀ ਹੈ? ਸਾਡੀ ਖੁਸ਼ੀ ਕਿਸੇ 'ਤੇ ਆਧਾਰਿਤ ਹੁੰਦੀ। ਕੋਈ ਕਾਰ ਆ ਗਈ ਤਾਂ ਖੁਸ਼ ਹੈ, ਜੋਬ ਮਿਲ ਗਈ ਤਾਂ ਖੁਸ਼ ਹੈ। ਜਦੋਂ ਚੀਜ਼ ਖੁੱਸ ਜਾਂਦੀ ਹੈ, ਪੁਰਾਣੀ ਪੈ ਜਾਂਦੀ, ਖੁਸ਼ੀ ਵੀ ਗਾਇਬ ਹੋ ਜਾਂਦੀ। ਵਾਹਿਗੁਰੂ ਦੇ ਪਿਆਰਿਆਂ 'ਚੋਂ ਵਿਗਾਸ ਆਪਣੇ ਆਤਮ ਸਵੈ ਸਰੂਪ 'ਚੋਂ ਨਿਕਲਦੇ। ਉਹਨਾਂ 'ਚ ਸਦਾ ਹੀ ਵਿਗਾਸ। ਉਹ ਸਦਾ ਹੀ ਖਿੜੇ ਰਹੇ, ਜਿੱਦਾਂ ਵੀ ਰਹੇ, ਜਿਸ ਹਾਲਾਤ ਵਿੱਚ ਵੀ ਰਹੇ। ਰੱਬ ਦੇ ਪਿਆਰੇ ਭਗਤਾਂ ਨੇ ਸ਼ਿਕਵਾ ਨਹੀਂ ਕੀਤਾ, ਸ਼ੁਕਰਾਨਾ ਜ਼ਰੂਰ ਕੀਤਾ। ਕਬੀਰ ਖੂਬ ਖਾਨਾ ਖਿਚੜੀ, ਜਾਮੈ ਅੰਮ੍ਰਿਤ ਲੋ, ਨਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਕੋਈ ਨਹੀਂ, ਖਿਚੜੀ ਹੈ ਉਹ ਵੀ ਮੁਬਾਰਕ, ਚੋਪੜੀ ਹੈ ਉਹ ਵੀ ਮੁਬਾਰਕ। ਰੱਬ ਦੇ ਪਿਆਰੇ ਸਦਾ ਵਿਗਾਸ। ਬੜੀ ਵੱਡੀ ਅਵਸਥਾ ਹੈ ਸਿੱਖੀ ਦੀ, ਕਹਿ ਲਈ ਵਿਗਾਸ ਵਿੱਚ ਰਹਿਣਾ। ਉਹ ਲੱਭਦੀ ਨਹੀਂ, ਵੈਸੇ ਬਹੁਤ ਥੋੜ੍ਹੀ ਹੈ। ਤੇ ਮੇਰੇ ਸਾਹਿਬ ਕਹਿੰਦੇ ਰੱਬ ਦੇ ਪਿਆਰੇ ਭਗਤ, ਭਗਤੀ ਕਰਨ ਵਾਲੇ ਨੇ, ਜਿਨ੍ਹਾਂ ਦੇ ਅੰਦਰ ਸਦਾ ਖੇੜਾ ਬਣਿਆ ਰਹਿੰਦਾ ਹੈ। ਸੁਣਿਐ ਦੁਖ ਪਾਪ ਕਾ ਨਾਸ। ਗੁਰੂ ਦੀ ਸਿੱਖਿਆ ਨੂੰ ਸੁਣੇ ਜਾਣ ਕਰਕੇ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ। ਦੋ ਚੀਜ਼ਾਂ ਇਕੱਠੀਆਂ ਵਰਤਣ। ਜਿੱਥੇ ਪਾਪ ਹੈ ਦੁੱਖ ਵਰਤਣ, ਉੱਥੇ ਵਰਤੇ। ਜਿੱਥੇ ਗਿਆਨ ਹੈ ਉੱਥੇ ਧਰਮ ਵਰਤੇ। ਜਿੱਥੇ ਲੋਭ ਉੱਥੇ ਕਾਲ ਵਰਤੇ ਗਏ, ਵਰਤੇ। ਤੋ ਕਿਉਂ? ਦੁੱਖ ਪਾਪ ਇਕੱਠੇ ਨੇ। ਜਿੰਨੇ ਆਪਾਂ ਪਾਪੀ ਹੁੰਨੇ, ਉਨੇ ਜ਼ਿਆਦਾ ਦੁਖੀ ਵੀ ਹੁੰਦੇ। ਸਾਡੇ ਦੁੱਖਾਂ ਦਾ ਕਾਰਨ ਕੋਈ ਨਾ ਕੋਈ ਪਾਪ ਹੈ, ਸਾਡੀ ਮਲੀਨਤਾ ਹੈ। ਈਵਲ ਥਾਟਸ ਕਹਿ ਲਓ ਤੁਸੀਂ, ਮਨ ਦੀ ਮਲੀਨਤਾ ਕਹਿ ਲਓ, ਅੰਤਸ਼ਕਰਨ ਕਿੱਦਾਂ ਵੀ ਕਹਿ ਲਓ। ਕੋਈ ਨਾ ਕੋਈ ਮੈਲ ਅੰਦਰ ਭਰੀ ਹੈ, ਤਾਂ ਹੀ ਦੁਖੀ ਆ ਨਾ, ਕਿਸੇ ਕਾਰਨ। ਸੋ ਪਾਪ 'ਚੋਂ ਦੁੱਖ ਪੈਦਾ ਹੁੰਦਾ। ਭਗਤਾਂ ਦੇ ਅੰਦਰ ਪਾਪ ਹੀ ਨਹੀਂ ਤੇ ਦੁੱਖ ਕਾਹਦਾ ਹੋਇਆ? ਉੱਥੇ ਦੁੱਖ ਵੀ ਨਹੀਂ। ਇਸ ਵਾਸਤੇ ਸਾਹਿਬ ਕਹਿੰਦੇ ਉੱਥੇ ਸਦਾ ਵਿਗਾਸ ਹੈ, ਦੁੱਖ ਪਾਪ ਕਾ ਨਾਸ਼। ਤੇ ਉੱਥੇ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਪੱਪਾ ਜਿਹੜਾ ਪਾਪ ਦਾ ਪੱਪਾ ਉਹ ਵੀ ਮੁਕਤ ਹੈ, ਦੁੱਖ ਦਾ ਖੱਖਾ ਉਹ ਵੀ ਮੁਕਤ ਹੈ। ਬਹੁਵਚਨ ਰੂਪ ਅੰਦਰ ਹੈ। ਇਸ ਤਰ੍ਹਾਂ ਸਾਹਿਬ ਜੀ ਕਹਿੰਦੇ ਜੇ ਗਹਿਰਾ ਧਿਆਨ ਸੁਰਤ ਜੋੜਦੇ ਆ ਨਾ, ਫਿਰ ਜੀਵਨ 'ਚ ਵਿਗਾਸ ਮਿਲ ਜਾਂਦਾ ਹੈ। ਸੁਣਿਐ ਈਸਰ ਬ੍ਰਹਮਾ ਇੰਦ। ਸਾਰੇ ਸਾਧ ਹੋ। ਸੁਣਿਐ ਈਸਰ ਬ੍ਰਹਮਾ ਇੰਦ। ਸੁਣਿਐ ਮੁਖ ਸਾਲਾਹਣ ਮੰਦ। ਸੁਣਿਐ ਜੋਗ ਜੁਗਤ ਤਨ ਭੇਦ। ਸੁਣਿਐ ਸਾਸਤ ਸਿਮ੍ਰਿਤ ਵੇਦ। ਨਾਨਕ ਭਗਤਾਂ ਸਦਾ ਵਿਗਾਸ। ਸੁਣਿਐ ਦੁਖ ਪਾਪ ਕਾ ਨਾਸ਼। ਇਹ ਚਾਰ ਪੌੜੀਆਂ ਨੇ ਸੁਣਿਆ ਨਹੀਂ। ਅੱਗੇ ਚਾਰ ਹੀ ਆਪਾਂ ਵੇਖਾਂਗੇ, ਮੰਨੇ ਦੀ ਆਉਣਗੀ। ਤੇ ਸਾਹਿਬ ਕਹਿੰਦੇ ਨੇ ਸੁਣਿਐ ਈਸ਼ਰ ਬ੍ਰਹਮਾ ਇੰਦ। ਸਾਹਿਬ ਜੀ ਕਹਿੰਦੇ ਗੁਰੂ ਦੀ ਨਾਮ ਸਿੱਖਿਆ ਬੋਧ ਸੁਣਨ ਵਾਸਤੇ ਜੇ ਸੁਣਿਆ ਜਾਏ, ਫਿਰ ਉੱਥੇ ਸ਼ਿਵ ਜੀ ਹੈ, ਬ੍ਰਹਮਾ ਹੈ, ਇੰਦਰ ਆਦਿਕ ਜਿਹੜੇ ਵੀ ਦੇਵਤੇ ਨੇ। ਜਿਸ ਗਿਆਨ ਨੂੰ, ਜਿਸ ਅਵਸਥਾ ਨੂੰ ਉਹ ਲੋਚਦੇ ਰਹੇ, ਰੱਬ ਦੇ ਪਿਆਰੇ ਅੰਦਰ ਸਹਿਜੇ ਹੀ ਉਹ ਵਿਸਮਾਦ ਦੀ, ਵਿਗਾਸ ਦੀ ਅਵਸਥਾ ਬਣ ਆਉਂਦੀ ਹੈ। ਉਸ ਤ੍ਰਿਗੁਣੀ ਮਾਇਆ ਦੇ ਪ੍ਰਭਾਵ 'ਚ ਨਹੀਂ ਜੀਂਦੇ। ਇਸ ਵਾਸਤੇ ਸਾਹਿਬ ਕਹਿੰਦੇ ਉਹਨਾਂ ਨੂੰ ਸੁਤੇ ਸੇਧੀ ਇਹ ਗਿਆਨ ਹੋ ਜਾਂਦਾ ਹੈ। ਉਹ ਕਦੇ ਵੀ ਤ੍ਰਿਗੁਣੀ ਮਾਇਆ ਵਿੱਚ ਗਲਤਾਨ ਨਹੀਂ ਹੁੰਦੇ। ਸੁਣਿਐ ਮੁਖ ਸਾਲਾਹਣ ਮਨ। ਸਿੱਖਿਆ ਨੂੰ ਸੁਣਨ ਕਰਕੇ
ਮੁਖ ਮੁਖ ਤੋਂ ਸਾਲਾਹਣ ਸਲਾਹਣ ਕਰਦਾ ਮੰਦ ਮੰਦਾ। ਜੇ ਕੋਈ ਮੰਦਾ ਸਲਾਹ ਕਰੇ, ਜਿਹਦੀ ਜ਼ੁਬਾਨ ਚੰਗੀ ਨਹੀਂ ਸੀ ਪਰ ਉਹਨੇ ਬਹਿ ਕੇ ਸੁਣ ਲਿਆ, ਲੋਕਾਂ ਦੇ ਘਰਾਂ 'ਚੋਂ ਚੋਰੀਆਂ ਕਰਦਾ ਸੀ, ਗੁਰੂ ਦੀ ਸੰਗਤ 'ਚ ਬਹਿ ਗਿਆ, ਗੁਰੂ ਦਾ ਉਪਦੇਸ਼ ਸੁਣਿਆ। ਅੱਜ ਉਹ ਵੀ ਅਵਸਥਾ ਬਣੀ ਜਦੋਂ ਸਤਿਗੁਰ ਉੱਠੇ, ਆਪਣੇ ਸੀਨੇ ਨਾਲ ਲਾਇਆ ਤੇ ਕੀ ਕਿਹਾ, ਵਿਧੀ ਚੰਦ ਛੀਨਾ ਗੁਰੂ ਕਾ ਸੀਨਾ। ਜਿਹੜਾ ਚੋਰੀਆਂ ਕਰਦਾ ਸੀ, ਸੰਗਤ 'ਚ ਆ ਕੇ ਸੁਣ ਲਿਆ, ਫਿਰ ਗੁਰੂ ਦਾ ਹੀ ਰੂਪ ਹੋ ਗਿਆ। ਮੰਦੇ ਵੀ ਸਲਾਹੁਣ ਯੋਗ ਹੋ ਜਾਂਦੇ। ਮੰਦਿਆਂ ਦਾ ਜੀਵਨ ਵੀ ਬਹੁਤ ਉੱਚਾ ਹੋ ਗਿਆ। ਸੁਣ ਸੁਣ ਕੇ ਜਦੋਂ ਸਿੱਖਿਆ ਸੁਣੀ ਤੇ ਸੁਣ ਸੁਣ ਕੇ ਫਿਰ ਉਹ ਪ੍ਰਭਾਵ ਪੈ ਗਿਆ। ਫਿਰ ਸਾਹਿਬ ਜੀ ਕਹਿੰਦੇ ਉਹ ਵੀ ਸਿਫਤ ਸਲਾਹ ਕਰਨ ਵਾਲਾ ਬਣ ਜਾਂਦਾ ਹੈ ਜੇ ਸਿੱਖਿਆ ਨੂੰ ਸੁਣ ਲਏ। ਸੁਣਿਆ ਜੋਗ ਜੁਗਤ ਤਨ ਭੇਦ। ਗੁਰੂ ਦੀ ਸਿੱਖਿਆ ਨੂੰ ਸੁਣਨ ਕਰਕੇ ਯੋਗ ਦੀਆਂ ਜਿਹੜੀਆਂ ਜੁਗਤੀਆਂ ਨੇ, ਕਿੱਡੇ ਕਿੱਡੇ ਔਖੇ ਸਾਧਨ ਨੇ ਜੋਗੀਆਂ ਕੋਲ, ਕਿੱਡੀਆਂ ਕਿੱਡੀਆਂ ਔਖੀਆਂ ਵਿਧੀਆਂ ਨੇ। ਤੇ ਮੇਰੇ ਗੁਰਦੇਵ ਜੀ ਕਹਿੰਦੇ ਤਨ ਦੇ ਭੇਦ ਜੀਵਨ 'ਚ ਪ੍ਰਗਟ ਹੋ ਜਾਂਦੇ। ਆ ਕਿੱਡੇ ਕਿੱਡੇ ਭੇਦ ਪ੍ਰਗਟ ਕੀਤੇ ਭਗਤ ਨਾਮਦੇਵ ਜੀ ਨੇ, ਭਗਤ ਕਬੀਰ ਜੀ ਨੇ, ਭਗਤ ਰਵਿਦਾਸ ਜੀ ਨੇ। ਕਿੱਡੀ ਕਿੱਡੀ ਅਵਸਥਾ ਸੁਣਨ ਕਰਕੇ ਸਹਿਜੇ ਹੀ ਮਾਲਕ ਦਾ ਜੋਗ ਬਣ ਗਿਆ ਤੇ ਭੇਦ ਪਤਾ ਲੱਗ ਗਿਆ ਵੀ ਇਹਦੇ 'ਚੋਂ ਹੀ ਸਮਾਇਆ ਹੋਇਆ, ਕੋਈ ਵੀ ਉਹਦੇ ਤੋਂ ਵਾਂਝਾ, ਕੋਈ ਵੱਖਰਾ ਨਹੀਂ। ਸੁਣਨ ਕਰਕੇ ਬੋਧ ਹੋ ਗਿਆ, ਜਿਹਨੂੰ ਭਗਤ ਨਾਮਦੇਵ ਜੀ ਕਹਿੰਦੇ 70 ਰਸ ਦੋਏ ਭਰੇ ਅੰਮ੍ਰਿਤਸਰ ਬਿਖ ਕੋ ਮਾਰ ਕਢਾਮ। ਜੋਗੀ ਕਹਿੰਦੇ ਨੇ 72 ਨਾੜੀਆਂ ਨੇ, ਭਗਤ ਜੀ ਕਹਿੰਦੇ 70 ਦੋਏ। 70 ਦੋ ਕਿੰਨਾ ਹੁੰਦਾ? 72। ਮੇਰੀਆਂ 72 ਦੀਆਂ 72 ਨਾੜੀਆਂ 'ਚੋਂ ਮੈਨੂੰ ਪ੍ਰਤੀਤ ਹੁੰਦਾ ਮੇਰੇ ਰੱਬ ਦੀ ਰੌਂ ਵਗਦੀ ਪਈ। ਹੁਣ ਤੇ ਅੰਮ੍ਰਿਤ ਨਾਲ ਭਰ ਗਿਆ, ਐਸਾ ਜੋਗ ਬਣ ਗਿਆ, ਜੀਵਨ 'ਚ ਅੰਮ੍ਰਿਤ ਹੀ ਬਣ ਗਿਆ। ਤੋ ਸਾਹਿਬ ਜੀ ਕਹਿੰਦੇ ਉਸੇ ਤਰ੍ਹਾਂ ਜੁਗਤੀ ਗੁੱਝੇ ਭੇਦ ਜੀਵਨ 'ਚੋਂ ਤਨ 'ਚੋਂ ਪ੍ਰਗਟ ਹੁੰਦੇ ਨੇ ਜਦੋਂ ਸਿੱਖਿਆ ਨੂੰ ਆਪਾਂ ਸੁਣਦੇ ਹਾਂ, ਗ੍ਰਹਿਣ ਕਰਦੇ ਹਾਂ। ਸੁਣਿਆ ਸਾਸਤ ਸਿਮਰਿਤ ਵੇਦ। ਸੁਣਨ ਕਰ ਸਾਸਤ ਕੀ ਹੈ? 6 ਸ਼ਾਸਤਰ ਨੇ। ਸਿਮਰਿਤ, ਇਹਨੂੰ ਮਾਂ ਅੱਖਰ ਦੇ ਪੈਰ 'ਚ ਰਾਰਾ ਲੱਗਾ, ਮਾਂ ਅੱਖਰ ਨੂੰ ਸਿਹਾਰੀ ਲੱਗੀ ਹੈ। ਇਹਨੂੰ ਸਿਮਰਤ ਨਹੀਂ ਪੜ੍ਹਨਾ, ਸਿਮਰਤ ਵੱਖਰੇ ਰੂਪ 'ਚ ਆਉਂਦਾ ਬਾਣੀ। ਇਹ ਹੈ ਸਿਮਰਿਤ, ਭਾਵ 27 ਸਿਮਰਤੀਆਂ ਜੋ ਸਨਾਤਨ ਵੀਰਾਂ ਕੋਲ 4 ਵੇਦ ਨੇ, 6 ਸ਼ਾਸਤਰ ਨੇ, 18 ਪੁਰਾਣ ਨੇ, 27 ਸਿਮਰਤੀਆਂ ਨੇ, ਉਪਨਿਸ਼ਦ ਨੇ। ਸੋ ਉਹਨਾਂ ਦਾ ਜ਼ਿਕਰ ਹੋ ਰਿਹਾ। ਸੋ ਸਿਮਰਿਤ ਜਿਹੜੀਆਂ ਸਿਮਰਤੀਆਂ ਨੇ, ਜੋ ਸਾਹਿਬ ਕਹਿੰਦੇ ਸੁਣਿਆ ਸਾਸਤ ਸਿਮਰਿਤ ਵੇਦ। ਸੁਣਨ ਕਰਕੇ ਸਿਮਰਤੀਆਂ ਨੇ, ਵੇਦ ਨੇ, ਸ਼ਾਸਤਰ ਨੇ, ਉਹਨਾਂ ਦੀ ਹਕੀਕਤ ਪਤਾ ਲੱਗ ਜਾਂਦੀ ਹੈ ਵੀ ਜੋ ਕੁਝ ਹੈ ਮਾਲਕ ਦੇ ਉਸ ਗਿਆਨ ਤੋਂ, ਉਹਦੀ ਵਡਿਆਈ ਤੋਂ ਹੋਰ ਕੋਈ ਵੱਡਾ ਨਹੀਂ ਹੋ ਸਕਦਾ। ਉਹ ਇਹਨਾਂ ਵਾਦ ਵਿਵਾਦਾਂ 'ਚ ਕਦੇ ਉਲਝਦੇ ਨਹੀਂ। ਨਾਨਕ ਭਗਤਾਂ ਸਦਾ ਵਿਗਾਸ। ਨਾਨਕ ਸੰਬੋਧਨ ਹੈ, ਰੱਬ ਦੇ ਪਿਆਰੇ ਭਗਤਾਂ ਅੰਦਰ ਸਦਾ ਵਿਗਾਸ ਹੈ। ਸੁਣੇ ਦੁੱਖ ਪਾਪ ਕਾ ਨਾਸ਼। ਸੁਣੇ ਜਾਣ ਕਰਕੇ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਅੱਗੇ ਸਾਹਿਬ ਆਖਦੇ ਨੇ ਸੁਣਿਆ ਸਤ ਸੰਤੋਖ ਗਿਆਨ। ਸੁਣਿਆ 68 ਕਾ ਇਸ਼ਨਾਨ। ਸੁਣਿਆ ਪੜ ਪੜ ਪਾਵੇਂ ਮਾਨ। ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ। ਸੁਣਿਆ ਦੁਖ ਪਾਪ ਕਾ ਨਾਸ਼। ਤੋ ਸਾਹਿਬ ਜੀ ਅੱਗੇ ਫਿਰ ਬਖਸ਼ਿਸ਼ ਕਰਦੇ ਨੇ। ਸੁਣਿਆ ਕੰਡੀਸ਼ਨ ਹੈ, ਫਿਰ ਮੈਂ ਬੇਨਤੀ ਕਰਾਂ ਸੁਣਨ ਕਰਕੇ। ਸਤ, ਹੁਣ ਪਿੱਛੇ ਆਪਾਂ ਜਦੋਂ ਆਪਾਂ ਮੂਲ ਮੰਤਰ 'ਚ ਪੜ੍ਹਿਆ ਸੀ ਸਤਨਾਮ, ਸਤ ਦੇ ਤੱਤੇ ਨੂੰ ਉੱਥੇ ਸਿਹਾਰੀ ਲੱਗੀ ਸੀ। ਸਤ ਦੇ ਤੱਤੇ ਨੂੰ ਸਿਹਾਰੀ ਸੱਤਿਆ, ਸਤ ਸਰੂਪ ਵਾਹਿਗੁਰੂ। ਸਤ ਦੇ ਤੱਤੇ ਨੂੰ ਹੁਣ ਔਂਕੜਨ ਲੱਗੀ ਹੈ, ਉਚਾਰਨ ਇੱਥੇ ਵੀ ਸਤ ਹੈ, ਪਰ ਇਹਦਾ ਇੱਥੇ ਅਰਥ ਸਤ ਸਰੂਪ ਵਾਹਿਗੁਰੂ ਨਹੀਂ। ਇੱਥੇ ਸਤ ਦਾ ਅਰਥ ਹੈ ਆਚਰਣ, ਜਾਂ ਸਤ ਦਾ ਅਰਥ ਹੁੰਦਾ ਹੈ ਦਾਨ, ਸਤੀ ਦਾ ਅਰਥ ਹੁੰਦਾ ਹੈ ਦਾਨੀ। ਸੋ ਇੱਥੇ ਸਤ ਦਾ ਅਰਥ ਹੈ, ਜਿਵੇਂ ਆਪਾਂ ਕਹਿ ਦਿੰਦੇ ਜਤ ਸਤ।
ਸੋ ਇਹ ਆਚਰਣ ਵਾਸਤੇ ਆਇਆ, ਤਾਂ ਕਰਕੇ ਸੱਚ ਦੇ ਤੱਤੇ ਨੂੰ ਮੇਰੇ ਸਾਹਿਬ ਨੇ ਸਿਹਾਰੀ ਨਹੀਂ ਲਾਈ, ਔਂਕੜ ਲਾਈ ਹੈ। ਸੁਣਿਐ ਸਤ ਸੰਤੋਖ ਗਿਆਨ, ਕਿੱਡੀ ਵੱਡੀ ਦਾਤ ਵਰਤੀ। ਆ ਬਾਣੀ ਨੂੰ ਸੁਣਾਂਗੇ, ਸਾਨੂੰ ਆਚਰਣ ਵੀ ਮਿਲ ਜਾਣ। ਭਾਈ ਪਰਾਇਆ ਹੱਕ ਨਹੀਂ ਖਾਣ। ਬਾਣੀ ਸੁਣਾਂਗੇ, ਸਮਝ ਆ ਜਾਣੀ ਹੈ। ਪਰਤਰੈ ਰੂਪ ਨਾ ਵੇਖੈ ਨੇਤਰ, ਸੱਤ ਵੀ ਆ ਗਿਆ, ਕਿੱਡਾ ਸੋਹਣਾ ਆਚਰਣ ਆ ਜਾਂਦਾ ਹੈ, ਕਿ ਜੀਵਨ ਸੰਤੋਖੀ ਆ ਜਾਂਦਾ ਹੈ। ਕੋਈ ਨਹੀਂ ਵਾਹਿਗੁਰੂ, ਮੈਂ ਕਿਸੇ ਦਾ ਹੱਕ ਨਹੀਂ ਖਾਣਾ, ਜੋ ਦੇ ਰਿਹਾ ਠੀਕ। ਬਹੁਤ ਸੋਹਣਾ ਗੁਜ਼ਾਰਾ ਹੋ ਰਿਹਾ। ਤੇ ਗਿਆਨ, ਗਿਆਨ ਦਾ ਅਰਥ ਹੈ ਡੂੰਘੀ ਸਾਂਝ, ਕੱਲੀਆਂ ਜਾਣਕਾਰੀ ਨਹੀਂ, ਇਨਫੋਰਮੇਸ਼ਨ ਨਹੀਂ। ਗੁਰਮਤਿ ਵਿੱਚ ਗਿਆਨ ਦੇ ਅਰਥ ਨੇ ਅਨੁਭਵ। ਉੱਥੇ ਫਿਰ ਡੂੰਘੀ ਸਾਂਝ ਵੀ ਸਾਹਿਬ ਜੀ ਕਹਿੰਦੇ ਸੱਚ ਨਾਲ, ਆਤਮ ਗਿਆਨ ਨਾਲ ਪ੍ਰਾਪਤ ਹੋ ਜਾਂਦੀ ਹੈ, ਜੇ ਸੁਣਿਆ ਜਾਏ। ਗੁਰੂ ਦੀ ਸਿੱਖਿਆ ਨੂੰ ਸੁਰਨ ਕਰਕੇ ਇਹ ਲਾਹਾ ਜੀਵਨ ਪ੍ਰਾਪਤ ਹੁੰਦਾ। ਸੁਣਿਐ 68 ਕਾ ਇਸ਼ਨਾਨ। 68 ਦਾ ਅਰਥ ਹੈ 68। ਹਿੰਦੁਸਤਾਨ ਵਿੱਚ ਸਾਡੇ ਦੇਸ਼ ਅੰਦਰ 68 ਤੀਰਥ ਮੰਨੇ ਜਾਂਦੇ ਨੇ, ਉਹਨਾਂ ਦਾ ਮਹਾਤਮ ਮੰਨਿਆ ਜਾਂਦਾ। 3 ਚੀਜ਼ਾਂ ਹੁੰਦੀਆਂ ਨੇ। ਦਾਨ ਕਰਨਾ ਕਿੱਥੇ ਹੈ, ਕਰਨਾ ਕਦੋਂ ਹੈ, ਕਰਨਾ ਕਿਹਨੂੰ ਹੈ। ਸੋ ਦਾਨ ਕਰਨਾ ਤੀਰਥਾਂ ਤੇ, ਕਰਨਾ ਕਦੋਂ ਹੈ, ਸੰਗਰਾਂਦ ਆ ਗਿਆ, ਪੂਰਨਮਾਸ਼ੀ ਆ ਗਈ, ਏਕਾਦਸ਼ੀ ਆ ਗਈ, ਅਸ਼ਟਮੀ ਆ ਗਈ, ਉਹ ਲੋਕ ਤੀਰਥਾਂ ਤੇ ਜਾਂਦੇ ਨੇ, ਉੱਥੇ ਦਾਨ ਕਰਦੇ। ਸੋ ਇਸ ਤਰ੍ਹਾਂ ਦੇ ਵਿਚਾਰ ਅੱਜ ਤੱਕ ਬਣੇ ਹੋਏ ਨੇ ਧਰਮ ਦੇ ਨਾਮ। ਤੋ ਸਤਿਗੁਰੂ ਕਹਿੰਦੇ ਉੱਧਰ ਜਾਣ ਦੀ ਲੋੜ ਹੀ ਨਹੀਂ। ਗੁਰੂ ਕੇ ਰੱਬ ਦੇ ਪਿਆਰੇ, ਉਹਦੇ ਸੁਣਨ 'ਚ ਹੀ ਸਾਰੇ ਇਸ਼ਨਾਨ ਆ। 68 ਦਾ ਅਰਥ ਹੈ 60 + 8 68। ਤੇ ਬਾਣੀ 'ਚ ਤੁਸੀਂ ਵੇਖਿਓ ਗਿਣਤੀਵਾਚਕ ਅੱਖਰਾਂ ਨੂੰ ਵੀ ਸਿਹਾਰੀ ਆਉਂਦੀ। ਗੁਰਬਾਣੀ ਅੰਦਰ ਇਸਤਰੀਵਾਚਕ ਸ਼ਬਦਾਂ ਨੂੰ ਸਿਹਾਰੀ ਆਏ, ਗੁਰਬਾਣੀ ਅੰਦਰ ਸੰਬੰਧਕ ਸ਼ਬਦਾਂ ਨੂੰ ਸਿਹਾਰੀ ਆਏ, ਤੇ ਗੁਰਬਾਣੀ ਅੰਦਰ ਕੁਝ ਮੂਲਕ ਸ਼ਬਦ ਨੇ ਜਿਹੜੇ ਦੂਜੀ ਬੋਲੀ 'ਚੋਂ ਆਏ ਨੇ, ਉਹਨਾਂ ਨੂੰ ਸਿਹਾਰੀ ਆਉਂਦੀ ਹੈ। ਇਹ 4 ਕਾਰਨ ਨੇ ਸਿਹਾਰੀ ਆਉਂਦੀ। ਸੋ ਇੱਥੇ 68 ਠੱਠੇ ਨੂੰ ਸਿਹਾਰੀ ਹੈ ਗਿਣਤੀਵਾਚਕ। ਤੋ ਸਾਹਿਬ ਜੀ ਕਹਿੰਦੇ ਸੁਣਿਐ 68 ਕਾ ਇਸ਼ਨਾਨ। 68 ਤੀਰਥਾਂ ਦਾ ਇਸ਼ਨਾਨ ਹੋ। ਹੁਣ ਤੁਸੀਂ ਬੈਠੇ ਹੋ, ਆ ਗੁਰੂ ਦੇ ਗਿਆਨ ਦੇ ਸਰੋਵਰ 'ਚ ਇਸ਼ਨਾਨ ਹੋ ਰਹੇ। ਕਿਹਦਾ? ਮਨ ਦਾ, ਸਾਡੀ ਸੁਰਤ ਦਾ। ਤਿੱਥੈ ਘੜੀਐ ਸੁਰਤ ਮਤ ਮਨ, ਬਹੁਤ ਅੰਦਰ ਦੀ ਨਿਰਮਲਤਾਈ ਮਿਲ ਰਹੀ ਹੈ ਗੁਰੂ ਕੋਲ ਬੈਠੇ। ਤੋ ਸਾਰੇ ਇਸ਼ਨਾਨ ਸਾਹਿਬ ਜੀ ਕਹਿੰਦੇ ਹੋ ਜਾਂਦੇ। ਸੁਣਿਐ ਪੜ੍ਹ ਪੜ੍ਹ ਪਾਵੈ ਮਾਨ। ਸਾਹਿਬ ਕਹਿੰਦੇ ਸਿੱਖਿਆ ਨੂੰ ਸੁਣੇ ਜਾਣ ਕਰਕੇ ਉਹ ਮਾਣ ਸੁਤੇ ਸੇਧੀ ਪ੍ਰਾਪਤ ਹੋ ਜਾਂਦਾ ਹੈ, ਜੋ ਵਿਦਵਾਨ ਲੋਕਾਂ ਨੇ ਪੜ੍ਹ ਪੜ੍ਹ ਕੇ ਮਾਣ ਪ੍ਰਾਪਤ ਕੀਤਾ, ਬੜੀਆਂ ਪੋਥੀਆਂ ਪੜ੍ਹੀਆਂ, ਬੜੀ ਘਾਲ ਕੀਤੀ। ਤੇ ਗੁਰਦੇਵ ਕਹਿੰਦੇ ਧਿਆਨ ਜੋੜਿਆ ਗੁਰੂ ਸ਼ਬਦ, ਸੁਤੇ ਸੇਧੀ ਜੀਵਨ 'ਚ ਮਾਣ ਬਣ ਗਿਆ, ਸਤਿਕਾਰ ਬਣ ਗਿਆ। ਭਗਤ ਪੂਰਨ ਸਿੰਘ ਜੀ ਨੇ ਕਿੰਨਾ, ਉਹ ਗੁਰੂ ਕਾ ਸਿੱਖ ਤੇ ਘਾਲ ਜਾਦੀ ਕਰ। ਵੇਖੋ ਮੈਂ ਅਕਸਰ ਬੇਨਤੀ ਕਰਦਾ, 2 ਸ਼ਬਦ ਹੈ ਸੰਬੋਧਨ ਤੇ ਪ੍ਰਬੋਧਨ। ਸੰਬੋਧਨ ਬੜਾ ਸੌਖਾ ਹੁੰਦਾ ਹੈ, ਪ੍ਰਬੋਧਨ ਬਹੁਤ ਔਖਾ ਹੁੰਦਾ। ਪ੍ਰਬੋਧਨ ਦਾ ਅਰਥ ਹੁੰਦਾ ਹੈ ਮਨ ਜਗਾਉਣਾ, ਸੰਬੋਧਨ ਦਾ ਅਰਥ ਹੁੰਦਾ ਹੈ ਦੂਜੇ ਨੂੰ ਸਮਝਾਉਣਾ। ਤੇ ਦੂਜੇ ਨੂੰ ਸਮਝਾਉਣਾ ਬੜਾ ਸੌਖਾ ਹੈ, ਮੱਤਾਂ ਦੇਈ ਜਾਓ, ਬੜੀਆਂ ਸੌਖੀਆਂ। ਤੇ ਸਾਹਿਬ ਕਹਿੰਦੇ ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੁਧ ਹੈ। ਪੰਡਤ ਉਹ ਹੈ ਜਿਹੜਾ ਆਪਣੇ ਆਪ ਨੂੰ ਪ੍ਰਬੋਧੇ, ਆਪਣੇ ਆਪ ਨੂੰ ਜਗਾਏ। ਤੇ ਸੁਣਨ ਕਰਕੇ ਸਹਿਜੇ ਸਾਹਿਬ ਜੀ ਕਹਿੰਦੇ ਇੰਨਾ ਗਿਆਨ ਮਿਲ ਜਾਂਦਾ ਹੈ, ਬੰਦਾ ਆਤਮ ਨੂੰ ਪ੍ਰਬੋਧ ਲੈਂਦਾ, ਉਹਨੂੰ ਮਾਣ ਹੈ, ਸਤਿਕਾਰ ਹੈ। ਸਾਹਿਬ ਕਹਿੰਦੇ ਉਹਦੀ ਘਾਲਣਾ ਕਰਕੇ ਵਡਿਆਈ ਮਿਲ ਗਈ। ਸੁਣਿਐ ਲਾਗੈ ਸਹਿਜ ਧਿਆਨ। ਬੜਿਆਂ ਨੇ ਯਤਨ ਕੀਤੇ, ਧਿਆਨ ਨਹੀਂ ਬਣੇ, ਘਰ ਛੱਡਤੇ, ਪਰਿਵਾਰ ਛੱਡਤੇ। ਤੇ ਸੁਣਨ ਕਰਕੇ ਸੁਦੇ ਸਿੱਧ ਹੀ ਧਿਆਨ ਬਣ ਜਾਂਦਾ ਜੇ ਸੁਣਾਂਗੇ। ਸੁਣੇ ਸੁਣਨ ਕਰਕੇ ਆ ਸੁਣਦੇ ਸੁਣਦੇ ਧਿਆਨ ਬਣ ਗਿਆ। ਬੜੇ ਪਿਆਰੇ ਨੇ, ਸੁਣਦੇ ਸੁਣਦੇ ਸਮਝ ਆਉਣ ਲੱਗ ਪਈ। ਸੁਣਦੇ ਸੁਣਦੇ ਬਾਣੀ ਪੜ੍ਹਦੇ ਪੜ੍ਹਦੇ ਆਪਣੇ ਆਪ ਹੀ ਵਿਆਖਿਆ ਸਮਝ ਆ ਜਾਂਦੀ। ਜੇ ਥੋੜ੍ਹਾ ਜਿਹਾ ਧਿਆਨ ਨਾਲ, ਪਿਆਰ ਨਾਲ ਪੜ੍ਹਾਂਗੇ, ਸਮਝਾਂਗੇ, ਕਿੱਡੀ ਵਡਿਆਈ ਹੈ ਸੁਣਨ ਦੇ ਅੰਦਰ। ਤੇ ਲਾਗੈ ਸਹਿਜ ਧਿਆਨ, ਧਿਆਨ ਸਹਿਜੇ ਹੀ ਜੁੜ ਜਾਂਦਾ। ਤੇ ਸਾਹਿਬ ਆਖਦੇ ਨੇ ਨਾਨਕ ਭਗਤਾਂ ਸਦਾ ਵਿਗਾਸ। ਨਾਨਕ ਵਾਹਿਗੁਰੂ ਦੇ ਪਿਆਰੇ ਭਗਤਾਂ ਦੇ ਅੰਦਰ ਸਦਾ ਖੇੜਾ ਬਣਿਆ ਰਹੇ, ਜਿੱਦਾਂ ਵੀ ਰਹੇ।
ਵੇਖੋ ਹੋ ਰਹੇ ਨਾ ਰਾਜੀ ਹੋਣ, ਗੁਰੂ ਰੱਬ ਨਾਲ ਸਹਿਮਤ ਹੈ। ਵੇਖੋ ਜਿੱਦਾਂ ਵੀ ਹੈ, ਲੋਕਾਂ ਦੇ ਧਿਆਨ ਜੰਗਲ 'ਚ ਨਹੀਂ ਸੀ ਜੁੜਦੇ, ਸਮਾਧੀਆਂ ਨਹੀਂ ਸੀ ਲੱਗਦੀਆਂ। ਮੇਰੇ ਸਤਿਗੁਰ ਤੱਤੀ ਤਵੀ ਤੇ ਸਮਾਧੀ ਲਾ ਕੇ ਬੈਠੇ। ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗ। ਇੱਥੇ ਤੇ ਸਮਾਧੀ ਤੱਤੀ ਤਵੀ ਤੇ ਵੀ ਲੱਗ ਗਈ। ਗੁਰਮੁਖੋ, ਗੁਰੂ ਕੌਣ ਹੈ? ਜਿਹੜਾ ਰੱਬ ਨਾਲ ਸਹਿਮਤ ਹੈ। ਸਿੱਖ ਕੌਣ ਹੈ? ਜਿਹੜਾ ਗੁਰੂ ਨਾਲ ਸਹਿਮਤ ਹੈ। ਜਿਹੜਾ ਗੁਰੂ ਨਾਲ ਹੀ ਸਹਿਮਤ ਨਹੀਂ, ਉਹ ਸਿੱਖ ਵੀ ਕਿੱਥੋਂ ਹੋਏ? ਜਿਹੜਾ ਗੁਰੂ ਦੀ ਗੱਲ ਹੀ ਨਾ ਮੰਨੇ। ਇਸ ਵਾਸਤੇ ਗੁਰੂ ਨਾਲ ਸਹਿਮਤ, ਗੁਰੂ ਰੱਬ ਨਾਲ ਸਹਿਮਤ, ਫਿਰ ਫਰਕ ਕੋਈ ਨਹੀਂ ਰਹਿ ਗਿਆ, ਇੱਕੋ ਰੂਪ ਹੋ ਜਾਂਦੇ ਨੇ ਤਿੰਨੋਂ ਜਣੇ। ਤੋ ਰੱਬ ਦੇ ਪਿਆਰੇ ਭਗਤ ਸਦਾ ਹੀ ਸਹਿਮਤ ਨੇ। ਹੋ ਰਹੇ ਨੂੰ ਕਬੂਲ ਕਰਨਾ ਹੀ ਪੈਣਾ। ਅਸੀਂ ਭਾਵੇਂ ਬਹੁਤ ਕੁਝ ਕਰ ਸਕਦੇ ਹਾਂ, ਸਭ ਕੁਝ ਨਹੀਂ ਕਰ ਸਕਦੇ। ਸਿਖਾਤਾ ਸਾਨੂੰ, ਅੱਜ ਕੱਲ੍ਹ ਪਤਾ ਲੱਗ ਹੀ ਗਿਆ ਸਾਨੂੰ। ਬੜੇ ਆਪਾਂ ਛਾਲਾਂ ਮਾਰੀਆਂ, ਬੜੀਆਂ ਮਨਮਰਜ਼ੀਆਂ ਕੀਤੀਆਂ। ਅਸੀਂ ਜੋ ਮਰਜ਼ੀ ਕਰ ਲਈਏ, ਰੱਬ ਦੇ ਹੁਕਮ ਦਾ ਵਿਰੋਧ ਨਹੀਂ ਕਰ ਸਕਦੇ ਕਦੇ। ਪਰ ਆਪਾਂ ਕਰਨ ਦਾ ਯਤਨ ਕੀਤਾ, ਨਤੀਜਾ ਫਿਰ ਭੁਗਤ ਰਹੇ ਹਾਂ। ਰੱਬ ਦੇ ਪਿਆਰੇ ਕੁਝ ਵੀ ਕਰਨ, ਰੱਬ ਦਾ ਨਹੀਂ ਕਦੇ ਵਿਰੋਧ, ਸ਼ਰੀਕ ਨਹੀਂ ਬਣਦੇ ਕਦੇ ਰੱਬ। ਬਹੁਤ ਕੁਝ ਵਰਤਦਾ ਭਗਤਾਂ ਦੇ ਪਿਆਰਿਆਂ ਦੇ ਜੀਵਨ 'ਚ, ਉਹ ਰੱਬ ਦੇ ਸ਼ਰੀਕ ਨਹੀਂ ਬਣੇ। ਉਹਨਾਂ ਨੇ ਕਿਹਾ ਕਰ ਹੈ ਰਾਮ ਹੋਏ ਹੈ ਸੋਏ। ਉਹ ਕਰੇਗਾ, ਠੀਕ ਹੈ, ਹੋ ਜਾਏਗਾ। ਇਸ ਵਾਸਤੇ ਮੇਰੇ ਸਾਹਿਬ ਕਹਿੰਦੇ ਉੱਥੇ ਸਦਾ ਵਿਗਾਸ ਹੈ। ਭਾਈ ਗੁਰਦਾਸ ਜੀ ਕਹਿੰਦੇ ਜੈਸੇ ਏਕ ਜਨਨੀ ਕੇ ਹੋਤ ਹੈ ਅਨੇਕ ਸੁਤ, ਸਭ ਹੀ ਤੇ ਪਿਆਰੋ ਸੁਤ ਗੋਦ। ਜਿਹੜੇ ਬੱਚੇ ਖੇਡਣ ਚਲੇ ਗਏ, ਸਿਆਣੇ ਹੋ ਗਏ, ਮਾਂ ਨੂੰ ਫਿਕਰ ਨਹੀਂ ਹੁੰਦਾ, ਕੋਈ ਨਹੀਂ ਘਰ ਆ ਜਾਂਦਾ। ਜਿਹੜਾ ਗੋਦ ਵਾਲਾ ਬੱਚਾ ਹੈ, ਮਾਂ ਬਾਰ-ਬਾਰ ਉਹਦਾ ਖਿਆਲ ਕਰਦੀ ਪਈ ਤੇ ਮੇਰੇ ਆਸਰੀ ਹੈ। ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਜਿਹੜੇ ਮਾਲਕ ਦੇ ਪਰਨੇ ਆਸਰੇ ਹੁੰਦੇ ਨੇ, ਮਾਲਕ ਉਹਨਾਂ ਦਾ ਜ਼ਰੂਰ ਖਿਆਲ ਕਰਦਾ, ਪ੍ਰਤਪਾਲਨਾ ਕਰਦਾ। ਉੱਥੇ ਸਦਾ ਵਿਗਾਸ ਹੈ। ਸੁਣਿਐ ਦੁਖ ਪਾਪ ਕਾ ਨਾਸ। ਅੱਗੇ ਪੜ੍ਹੀਏ। ਸੁਣਿਐ ਸਰਾਂ ਗੁਣਾ ਕੇ ਗਾ, ਸੁਣਿਐ ਸ਼ੇਖ ਪੀਰ ਪਾਤਸ਼ਾਹ, ਸੁਣਿਐ ਅੰਧੇ ਪਾਵਹਿ ਰਾਹ, ਸੁਣਿਐ ਹਾਥ ਹੋਵੈ ਅਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ਼। ਤੋ ਸਾਹਿਬ ਜੀ ਕਹਿੰਦੇ ਨੇ ਸੁਣਿਐ ਸਰਾਂ ਗੁਣਾ ਕੇ ਗਾ। ਸੁਣਨ ਕਰਕੇ ਸਾਹਿਬ ਜੀ ਕਹਿੰਦੇ ਆ ਜਿੰਨੇ ਗੁਣਾਂ ਦੇ ਸਾਗਰ ਨੇ, ਜਿਵੇਂ ਸਮੁੰਦਰ ਬੜਾ ਗਹਿਰਾ ਹੁੰਦਾ, ਉਹਨੂੰ ਗਾਇਆ ਨਹੀਂ ਜਾ ਸਕਦਾ, ਉਹਦਾ ਥਾਹ ਨਹੀਂ ਪਾਇਆ ਜਾ ਸਕਦਾ। ਜਿਹਨੂੰ ਆਪਾਂ ਕਿਹਾ ਕਰਦੇ ਸਾਂ ਹੱਥ ਪਾਉਣਾ, ਉਹਨੂੰ ਆਪਾਂ ਮਿਣ ਨਹੀਂ ਸਕਦੇ। ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਗੁਰੂ ਦੀ ਸਿੱਖਿਆ ਨੂੰ ਸੁਣਨ ਕਰਕੇ ਸਾਹਿਬ ਜੀ ਕਹਿੰਦੇ ਜਿਹੜੇ ਮਾਲਕ ਵਾਹਿਗੁਰੂ ਦੇ ਬੇਅੰਤ ਗੁਣਾਂ ਦੇ ਭੰਡਾਰ ਨੇ, ਦੈਵੀ ਗੁਣ ਨੇ, ਉਹ ਜੀਵਨ 'ਚ ਵਰਤਨੇ ਸ਼ੁਰੂ ਹੋ ਜਾਂਦੇ ਨੇ। ਜਿਹੜੇ ਬੇਅੰਤ ਨੇ, ਜਿਨ੍ਹਾਂ ਦਾ ਥਾਹ ਨਹੀਂ ਪਾਇਆ ਜਾ ਸਕਦਾ, ਉਹ ਸੁੱਤੇ ਸਿੱਧੀ ਜੀਵਨ 'ਚ ਵਰਤਣ ਲੱਗ ਪਏ। ਦੈਵੀ ਗੁਣ ਆ, ਸੰਤੋਖ ਦੈਵੀ ਗੁਣ ਹੈ, ਪ੍ਰੇਮ ਦੈਵੀ ਗੁਣ ਹੈ, ਨਾਮ ਦੈਵੀ ਗੁਣ ਹੈ, ਖਿਮਾ ਦੈਵੀ ਗੁਣ ਹੈ, ਨਿਮਰਤਾ ਦੈਵੀ ਗੁਣ ਹੈ। ਬਹੁਤ ਘੱਟ ਮਿਲਦੇ, ਬਾਕੀ ਤੇ ਮਿਲਦਾ ਸਾਡੇ ਕੋਲ। ਸਿਆਣੇ ਕਿਹਾ ਕਰਦੇ ਸਨ ਵੀ ਜਿਸ ਲੱਕੜ 'ਚ ਖੁਸ਼ਬੂ ਨਹੀਂ ਹੈ, ਉਹਨੂੰ ਆਪਾਂ ਚੰਦਨ ਕਾਤੋਂ ਕਹਿਣਾ? ਲੋੜ ਨਹੀਂ ਉਹਨੂੰ ਚੰਦਨ ਕਹਿਣ ਦੀ। ਜਿਸ ਪੱਥਰ 'ਚ ਚਮਕ ਨਹੀਂ ਹੈ, ਉਹਨੂੰ ਲੋੜ ਨਹੀਂ ਹੈ ਹੀਰਾ ਕਹਿਣ ਦੀ। ਜਿਸ ਮਨੁੱਖ 'ਚ ਮਨੁੱਖਤਾ ਨਹੀਂ, ਦੈਵੀ ਗੁਣ ਹੀ ਨਹੀਂ, ਨੂੰ ਮਨੁੱਖ ਕਹਿਣ ਦੀ ਕੀ ਲੋੜ ਹੈ? ਉੱਥੇ ਸਾਹਿਬ ਜੀ ਕਹਿੰਦੇ ਮਨੁੱਖ ਵੀ ਨਹੀਂ ਕਿਹਾ ਜਾ ਸਕਦਾ। ਇਸ ਵਾਸਤੇ ਮੇਰੇ ਸਾਹਿਬ ਕਹਿੰਦੇ ਨੇ ਜਿੱਥੇ ਸਾਂਝ ਬਣ ਗਈ, ਕਿੰਨੇ ਦੈਵੀ ਗੁਣਾਂ ਨਾਲ ਉਹ ਜੀਵਨ ਭਰ ਜਾਂਦਾ ਹੈ। ਜਿਹੜੇ ਵਾਹਿਗੁਰੂ ਕਾਲ ਪੁਰਖ ਦੇ ਦੈਵੀ ਗੁਣਾਂ ਦਾ ਥਾਹ ਨਹੀਂ ਪਾਇਆ ਜਾ ਸਕਦਾ। ਅੱਗੇ ਸਾਹਿਬ ਆਖਦੇ ਨੇ ਸੁਣਿਐ ਸ਼ੇਖ ਪੀਰ ਪਾਤਸ਼ਾਹ। ਇਹ ਸਾਰੀਆਂ ਆ, ਸ਼ੇਖ ਇੱਕ ਪਦਵੀ ਹੈ ਇਸਲਾਮ ਜਗਤ ਵਿੱਚ, ਪੀਰ ਇੱਕ ਪਦਵੀ ਹੈ, ਪਾਤਸ਼ਾਹ ਇੱਕ ਪਦਵੀ ਹੈ, ਹੁਕਮਰਾਨ ਹੈ ਜਿਹੜੇ। ਤੋ ਗੁਰਦੇਵ ਕਹਿੰਦੇ ਜਿਨੇ ਸਾਂਝ ਬਣਾਈ, ਉਹਦੇ ਜੀਵਨ 'ਚ ਏਡੀ ਵੱਡੀ ਅਵਸਥਾ ਹੈ। ਉੱਥੇ ਸ਼ੇਖ ਪੀਰ ਪਾਤਸ਼ਾਹ, ਸਤਿਗੁਰ ਕਹਿੰਦੇ ਸਮਝ ਲਓ ਸਾਰੇ ਰੁਤਬੇ ਉੱਥੇ ਆ ਜਾਂਦੇ। ਉਹਦੇ ਅੰਦਰ ਕਿਸੇ ਰੁਤਬੇ ਦੀ ਭੁੱਖ ਨਹੀਂ ਹੁੰਦੀ ਮੈਂ ਕੋਈ ਰੁਤਬਾ ਲੈਣਾ।
ਮੈਂ ਕੋਈ ਪਦਵੀ ਲੈਣੀ, ਮੈਂ ਸ਼ੇਖ ਬਣਨਾ, ਮੈਂ ਪਾਤਸ਼ਾਹ ਬਣਨਾ, ਉਹਦੇ ਅੰਦਰ ਭੁੱਖ ਹੀ ਮਿਟ ਜਾਂਦੀ। ਸਾਹਿਬ ਜੀ ਕਹਿੰਦੇ ਇੱਡੀ ਜੀਵਨ ਦੀ ਅਜ਼ਮਤ ਵਾਲੀ ਅਵਸਥਾ ਬਣਦੀ ਹੈ, ਉਹਨੂੰ ਲੱਗਦਾ ਵੀ ਸਾਰੇ ਆਪਾਂ ਪੜ੍ਹਦੇ ਹਨ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜਿੱਥੇ ਗੁਰੂ ਦੀ ਨਦਰ ਵਰਤ ਗਈ, ਸਾਰੀਆਂ ਖੁਸ਼ੀਆਂ ਸਾਰੀਆਂ ਪਾਤਸ਼ਾਹੀਆਂ ਉੱਥੇ ਆ ਗਈਆਂ। ਨਿਮਖੇ ਖਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ। ਸਾਹਿਬ ਕਹਿੰਦੇ ਜਿੱਥੇ ਗੁਰੂ ਦੀ ਬਰਕਤ ਨਾਮ ਆ ਗਈ, ਜੀਵਨ ਅੰਦਰ ਵਡਿਆਈ, ਉੱਥੇ ਹੋਰ ਕਿਸੇ ਦੀ ਲੋੜ ਹੀ ਨਹੀਂ ਪੈਂਦੀ। ਤੇ ਸਾਹਿਬ ਕਹਿੰਦੇ ਜੀਵਨ ਰੱਜ ਜਾਂਦਾ ਹੈ। ਗੁਰੂ ਅੰਗਦ ਦੇਵ ਸਾਹਿਬ ਨੇ ਬਾਣੀ ਚ ਆਖਿਆ, ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ। ਸਾਹਿਬ ਜੀ ਕਹਿੰਦੇ ਬੰਦਾ ਬਾਹਰੀ ਤੌਰ ਤੇ ਸੋਚੇ, ਸੁਣ ਸੁਣ ਕੇ ਰੱਜ ਗਿਆ ਮੈਂ ਦੁਨੀਆ ਦੇ ਨਾਦ, ਵੇਖ ਵੇਖ ਕੇ ਰੱਜ ਗਿਆ। ਸਾਹਿਬ ਕਹਿੰਦੇ ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਝ। ਜਿਹੜੇ ਗੁਣੀ ਨਿਧਾਨ ਮਾਲਕ ਦੇ ਗੁਣਾਂ ਨੂੰ ਮਾਣ ਗਏ, ਜੀਵਨ ਚੋਂ ਰੱਜ ਗਏ, ਤ੍ਰਿਪਤ ਹੋ ਗਏ। ਸੁਣਿਐ ਅੰਧੇ ਪਾਵੇਂ ਰਾਹ। ਅੰਧੇ ਦਾ ਅਰਥ ਹੈ ਜਿਨ੍ਹਾਂ ਨੂੰ ਸੋਝੀ ਕੋਈ। ਇੱਕ ਅੰਨਾ ਹੁੰਦਾ ਜਿਹਦੇ ਕੋਲ ਮਾਫ ਕਰਨਾ ਖਾਣਾ, ਉਹ ਵੀ ਚਲੋ ਰੱਬ ਦੇ ਵਿਧਾਨ 'ਚ ਮਾੜਾ ਨਹੀਂ। ਡਿਸੇਬਲ ਵੀ ਕਹਿਣਾ ਮੈਂ ਕਹਿੰਦਾ ਕਿਸੇ ਨੂੰ ਠੀਕ ਨਹੀਂ। ਆਪਾਂ ਸ਼ਬਦ ਵਰਤੇ ਵੈਸੇ ਵਿਕਲਾਂਗ ਸ਼ਬਦ ਵਰ, ਖੈਰ ਸਾਡੀ ਮਾਨਸਿਕਤਾ ਹੀ। ਉਹ ਖਾਲਸਾ ਸ਼ਬਦ ਹੁੰਦਾ ਸੀ ਸੂਰਮਾ ਸਿੰਘ, ਉਹ ਇਹ ਨਹੀਂ ਕਹਿੰਦੇ ਸੀ, ਉਹ ਚੜ੍ਹਦੀ ਕਲਾ ਵਾਲਾ ਬੋਲ, ਉਹ ਲਾਂਭਾ ਨਹੀਂ ਕਿਸੇ ਨੂੰ। ਖੈਰ ਤਾਂ ਇੱਥੇ ਅੰਧੇ ਦਾ ਅਰਥ ਹੈ ਗਿਆਨ ਤੋਂ ਸੱਖਣਾ। ਜਿਹੜਾ ਅਗਿਆਨੀ ਜੀਵ ਦੀ ਇੱਥੇ ਗੱਲ ਕੀਤੀ ਸਾਹਿਬ ਨੇ। ਭਾਵੇਂ ਤੇ ਯਾਦ ਰੱਖਿਓ ਜ਼ਿਆਦਾਤਰ ਮੈਂ ਕੱਲ ਬੇਨਤੀ ਕੀਤੀ ਸੀ, ਹਾਹੇ ਨੂੰ ਪਿੱਛੇ ਸਿਹਾਰੀ ਲੱਗੀ ਹੈ, ਉਸ ਤੋਂ ਪਹਿਲਾ ਅੱਖਰ ਮੁਕਤਾ ਹੈ। ਜੇ 3 ਅੱਖਰਾਂ ਦਾ ਜੋੜ ਹੋਵੇ ਤੇ ਜਾਂ 95% ਇਹਦਾ ਨਾਸਕੀ ਉਚਾਰਨ ਹੋਏਗਾ, ਕਿਉਂਕਿ ਬਹੁ ਵਚਨ ਹੋਏਗਾ। ਭਾਵੇਂ, ਜਾਵੇਂ, ਖਾਵੇਂ। ਜੇ ਇੱਕ ਦੀ ਗੱਲ ਹੈ ਫਿਰ ਪਾਵੈ, ਇੱਕ ਦੀ ਗੱਲ ਹੈ ਫਿਰ ਜਾਵੈ। ਉਹ ਦੁਲਾਵਾਂ ਨਾਲ ਵੀ ਆਏਗਾ ਬਾਣੀ ਜਿੱਥੇ ਇੱਕ ਵਚਨ ਆਏਗਾ। ਸੋ ਇਸ ਵਾਸਤੇ ਜ਼ਿਆਦਿਆਂ ਦੀ ਗੱਲ ਹੈ, ਨਾਸਕੀ ਉਚਾਰਨ ਆਪਾਂ ਕਰਨਾ ਹੈ। ਸੁਣਿਐ ਅੰਧੇ ਪਾਵੇਂ ਰਾਹ, ਹਾਹੇ ਨੂੰ ਔਂਕੜ ਲੱਗੀ ਇੱਕ ਰਾਹ। ਜ਼ਿਆਦੇ ਰਾਹਾਂ ਦੀ ਗੱਲ ਆਏਗੀ ਬਾਣੀ 'ਚ, ਹਾਹਾ ਮੁਕਤਾ ਹੋ ਗਈ। ਰਾਹ ਉੱਤੇ ਦੀ ਗੱਲ ਆਏਗੀ, ਰਾਹ ਤੇ ਹਾਹੇ ਨੂੰ ਸਿਹਾਰੀ ਆ ਜਾਏਗੀ। ਉਚਾਰਨ ਰਾਹ ਹੀ ਰਹਿਣਾ, ਪਰ ਅਰਥਾਂ ਦਾ ਭੇਦ ਸਾਨੂੰ ਮਿਲ ਜਾਣਾ ਹੈ। ਤੋ ਰਾਹ ਸਾਹਿਬ ਜੀ ਕਹਿੰਦੇ ਜਿਹੜੇ ਅਗਿਆਨੀ ਜੀਵ ਨੇ ਉਹ ਵੀ ਰੱਬ ਦੇ ਮਿਲਾਪ ਦਾ ਰਸਤਾ ਪ੍ਰਾਪਤ ਕਰ ਲੈਂਦੇ ਨੇ। ਸੁਣਿਐ ਹਾਥ ਹੋਵੇ ਅਸਗਾਹ, ਸਿੱਖਿਆ ਨੂੰ ਸੁਣਨ ਕਰਕੇ। ਤੇ ਸਾਹਿਬ ਕਹਿੰਦੇ ਉਹਦੇ ਫਲ ਸਰੂਪ ਸਾਗਰ ਹਥਾਲਾ ਹਾਥ ਵਾਲਾ, ਜਿਹੜਾ ਬਹੁਤ ਜਿਵੇਂ ਡੂੰਘਾ ਸਾਗਰ ਹੈ, ਉਹਦੀ ਡੂੰਘਾਈ ਦੀ ਸੋਝੀ ਆ ਜਾਣਾ। ਇਸੇ ਤਰ੍ਹਾਂ ਸਾਹਿਬ ਕਹਿੰਦੇ ਜ਼ਿੰਦਗੀ ਦੇ ਡੂੰਘੇ ਬਹੁਤ ਗੁੱਝੇ ਭੇਦ ਸਮਝ ਆ ਜਾਣਾ। ਜਿਹਨੂੰ ਜੋਗੀ ਲੋਚਦੇ ਰਹੇ, ਸਿੱਧ ਲੋਚਦੇ ਰਹੇ, ਸ਼ੇਖ ਲੋਚਦੇ ਰਹੇ, ਤੇ ਅੱਤ ਡੂੰਘੇ ਜੀਵਨ ਦੀ ਉਸ ਗਹਿਰਾਈ ਦਾ ਬੋਧ ਹੋ ਜਾਂਦਾ। ਬਹੁਤ ਗਹਿਰੇ ਹੁੰਦੇ ਨੇ ਰੱਬ ਦੇ ਪਿਆਰੇ ਭਗਤ। ਸਾਡੀ ਆਦਤ ਹੈ ਉੱਪਰੋਂ ਉੱਪਰੋਂ ਜੀਵਨ ਜੀਣਾ, ਬਾਹਰ ਮੁਖੀ ਜੇ ਹੋ ਕੇ ਆਪਾਂ ਬਹੁਤ ਵਾਰ ਜੀਣੇ, ਅੰਦਰ ਬਹੁਤ ਵਾਰ ਸਿੱਖਣਾ ਹੁੰਦਾ ਹੈ ਬੰਦੇ। ਪਰ ਰੱਬ ਦੇ ਪਿਆਰੇ ਬਹੁਤ ਗਹਿਰੇ ਗੰਭੀਰ, ਬਹੁਤ ਗਹਿਰਾ ਤੱਕਦੇ ਨੇ ਮਾਲਕ, ਜਿਹਨੂੰ ਸਾਹਿਬ ਜੀ ਕਹਿੰਦੇ ਦੇ ਲੰਮੀ ਨਜ਼ਰ ਨਿਹਾਲੀ। ਕੋਈ ਚੀਜ਼ ਵਰਤੀ ਪਰ ਉਹਦੇ ਤੋਂ ਪਹਿਲੋਂ ਨੂੰ ਵੇਖ ਲਈ, ਧਿਆਨ ਦੇ। ਕੱਲ ਚੋਂ ਇਹਦੇ 'ਚ ਕੜੱਤਣ ਪੈਦਾ ਹੋ ਗਈ, ਫਿਰ ਦੁੱਖ ਮਨਾਏ। ਇਸ ਵਾਸਤੇ ਬਹੁਤ ਗਹਿਰੇ ਡੂੰਘੇ ਨੇ, ਜਿੱਥੇ ਸੁਣਨ ਕਰਕੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਇਹ 4 ਪੌੜੀਆਂ ਸੁਣਿਆ ਨਹੀਂ, ਸੁਣਨ ਕਰਕੇ ਕੰਡੀਸ਼ਨ ਰੂਪ ਅੰਦਰ। ਜੇ ਸੁਣਾਂਗੇ, ਸੁਣਨ ਕਰਕੇ ਇਹ ਲਾਹਾ ਪ੍ਰਾਪਤ ਹੋਣਾ। ਤੇ ਕਿੱਡਾ ਵੱਡਾ ਲਾਹਾ ਹੈ ਜਿਹੜਾ ਸੁੱਤੇ ਸਿੱਧ ਹੀ ਆਪਾਂ ਸੰਗਤ ਸੁਣਨ ਕਰਕੇ ਪ੍ਰਾਪਤ ਕਰ ਸਕਦੇ। ਜਾਂ ਜਦੋਂ ਬਾਣੀ ਪੜ੍ਹਦੇ ਹੋ, ਥੋੜ੍ਹੀ ਜਿਹੀ ਇੰਨੀ ਆਵਾਜ਼ 'ਚ ਆਪਾਂ ਪੜ੍ਹਿਆ ਕਰੀਏ, ਸਾਡੇ ਕੰਨਾਂ ਨੂੰ ਸੁਣੇ, ਕਿਉਂਕਿ ਫਿਰ ਧਿਆਨ ਬਣੇਗਾ ਨਾ। ਫਿਰ ਮਨ, ਕਿਉਂਕਿ ਮਨ ਕੇਂਦਰ ਹੈ, ਸਾਡੇ 5 ਸੈਂਸਿਸ ਨੇ ਨਾ ਜਿਹੜੇ, ਉਹਨਾਂ ਦਾ ਸੈਂਟਰ ਕਹਿ ਲਈਏ ਮਨ। ਅੱਖਾਂ ਤੋਂ ਰੂਪ ਲਿਆ, ਕੰਨਾਂ ਤੋਂ ਸ਼ਬਦ ਲਿਆ, ਜ਼ੁਬਾਨ ਤੋਂ ਰਸ ਲਿਆ, ਨਾਸਕਾ ਤੋਂ ਸਮੈਲ ਲਈ, ਤਵੱਚਾ ਹੈ ਜਿਹੜਾ ਸਾਡਾ, ਇਹਦੇ ਤੋਂ ਇਹ ਸਪਰਸ਼ ਲੈਂਦਾ ਹੈ, ਗਰਮ ਸਰਦ ਜੋ ਵੀ ਹੈ।
ਇੱਥੋਂ ਸਾਡਾ ਫਿਰ ਮਨ ਬਣਦਾ। ਜੇ ਆਪਾਂ ਆਪਣੇ ਇੰਦਰੇ ਆਪਾਂ ਪੜ੍ਹਿਆ, ਅੱਖਾਂ ਨਾਲ ਸ਼ਬਦ ਵੇਖਿਆ, ਕੰਨਾਂ ਨਾਲ ਸੁਣਿਆ ਤੇ ਮਨ ਨਾਲ ਸਮਝਦੇ ਹਾਂ, ਤੇ ਸੁਭਾਵਕ ਸੁਤੇ ਸਿੱਧ ਹੀ ਸਾਨੂੰ ਬਹੁਤ ਕੁਝ ਪ੍ਰਾਪਤ ਹੋ ਜਾਂਦਾ। ਸੋ ਅੱਗੇ ਸਾਹਿਬ ਨੇ ਮੰਨੇ ਦੀ ਗੱਲ ਕੀਤੀ। ਪਹਿਲੀ ਪੌੜੀ ਮੰਨੇ ਹੈ, ਫਿਰ ਅੱਗੇ ਮੰਨੈ, ਉੱਥੇ ਵੀ ਕੰਡੀਸ਼ਨ ਹੈ। ਖੈਰ ਤੋ ਇਹ ਵੀ ਆਪਾਂ ਪੌੜੀ ਸਾਂਝੀ ਕਰਦੇ ਹਾਂ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛੁਤਾਏ। ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਹੁਣ ਮੰਨੇ, ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਮੰਨੇ, ਵੇਖੋ ਕਿੱਡੀ ਵੱਡੀ ਅਵਸਥਾ ਹੈ। ਮੰਨੇ ਕੀ ਗਤ, ਗਤ ਦਾ ਅਰਥ ਹੈ ਅਵਸਥਾ। ਕਹੀ ਨਾ ਜਾਏ, ਆਖੀ ਨਹੀਂ ਜਾ ਸਕਦੀ, ਕਿਉਂਕਿ ਉਸ ਨੂੰ ਜਾਣਿਆ ਨਹੀਂ। ਸੰਸਾਰ ਪਹਿਲੋਂ ਜਾਣਦੇ ਹਾਂ, ਫਿਰ ਮੰਨਦੇ ਹਾਂ। ਸੱਚ ਨੂੰ ਮਾਣਿਆ ਜਾ ਸਕਦਾ ਹੈ, ਬਿਆਨਿਆ ਨਹੀਂ ਜਾ ਸਕਦਾ। ਕੋਈ ਕਹੇ ਮੈਂ ਸੱਚ ਕਹਿਣਾ, ਸੱਚ ਤੇ ਕਹਿਣ ਦੀ ਗੱਲ ਹੀ ਨਹੀਂ। ਸੱਚ ਤੇ ਅਨੁਭਵ ਦੀ ਗੱਲ ਹੈ, ਮੰਨਣ ਦੀ ਗੱਲ ਹੈ, ਜੀਵਨ ਦੀ ਗੱਲ ਹੈ। ਸੋ ਆਪਾਂ ਸੱਚ ਨੂੰ ਇਕੱਲਾ ਕਹਿਣ ਤੱਕ ਰੱਖ ਲਈਏ। ਸਾਰੇ ਕਹੀ ਜਾਂਦੇ ਨੇ ਮੈਂ ਸੱਚ ਕਹਿੰਦਾ, ਜੇ ਜੀਵਨ 'ਚ ਅਨੁਭਵ ਨਹੀਂ, ਮੂੰਹ ਤੋਂ ਬੋਲਿਆ ਵੀ ਸੱਚ ਝੂਠ ਹੀ ਹੁੰਦਾ, ਉਹ ਵੀ ਝੂਠ ਹੀ ਹੈ। ਫਿਰ ਧਨ ਦੀਆਂ ਕੋਈ ਗੱਲਾਂ ਕਰ ਰਿਹਾ, ਜੇਬ ਖਾਲੀ ਹੈ, ਫਿਰ ਝੂਠੀਆਂ ਹੀ ਹੋਣਗੀਆਂ। ਰੋਟੀ ਦੀਆਂ ਗੱਲਾਂ ਕਰ ਰਿਹਾ, ਢਿੱਡ ਖਾਲੀ, ਝੂਠਾ ਹੀ ਹੋਏਗਾ। ਸੋ ਗੱਲ ਹੈ ਅਨੁਭਵ ਦੀ, ਵਰਤ ਰਿਹਾ ਜੇ ਸਾਹਿਬ ਕਹਿੰਦੇ ਜਿੱਥੇ ਵਰਤਿਆ ਮੰਨੇ ਕੀ ਗਤ ਕਹੀ ਨਾ ਜਾਏ, ਬਿਆਨ ਨਹੀਂ ਕੀਤੀ ਜਾ ਸਕਦੀ। ਉਹ ਆਤਮਿਕ ਅਵਸਥਾ ਜਿਹੜੀ ਸਿੱਖਿਆ ਨੂੰ ਮੰਨਣ ਕਰਕੇ ਸਾਹਿਬ ਜੀ ਕਹਿੰਦੇ ਜੀਵਨ 'ਚ ਬਣੀ ਹੈ। ਜੇ ਕੋ ਕਹਿ ਪਿੱਛੇ, ਪਿੱਛੇ ਛੱਛੇ ਨੂੰ ਬੁਲਾਵਾ ਹੈ, ਪਛੋਤਾਏ, ਛੱਛੇ ਥੱਲੇ ਫੇਰ ਅੱਗੇ ਆਉਂਕੜੇ। ਜੇ ਕੋ ਸਾਹਿਬ ਜੀ ਕਹਿੰਦੇ ਕਹਿਣ ਦਾ ਯਤਨ ਕਰਦਾ, ਉਹਦੇ ਹੱਥ ਪਛਤਾਵਾ ਹੀ ਆਉਂਦਾ, ਕਹਿ ਨਹੀਂ ਸਕਦਾ। ਉਹਨੂੰ ਸਾਹਿਬ ਜੀ ਕਹਿੰਦੇ ਆਖਿਆ ਨਹੀਂ ਜਾ ਸਕਦਾ। ਭਗਤ ਕਬੀਰ ਨੂੰ ਪੁੱਛਿਆ ਸੀ, ਤੁਸੀਂ ਦੱਸੋ ਕਿੱਡੀ ਤੁਹਾਡੀ ਅਵਸਥਾ ਉੱਚੀ ਹੈ, ਸਾਨੂੰ ਵੀ ਕੁਝ ਪਤਾ ਲੱਗੇ। ਤੋ ਭਗਤ ਜੀ ਕਹਿੰਦੇ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ। ਸਾਹਿਬ ਕਹਿੰਦੇ ਕਹਿਣਾ ਨਹੀਂ, ਉਹ ਤੇ ਮਾਣਿਆ ਹੈ, ਉਹਦਾ ਅਨੁਭਵ ਹੈ। ਤੇ ਜੇ ਕੋਈ ਯਤਨ ਕਰੇ, ਫਿਰ ਸਾਹਿਬ ਜੀ ਕਹਿੰਦੇ ਸਮਝ ਲਓ ਉਹ ਮਗਰੋਂ ਪਛਤਾਉਂਦਾ ਹੈ, ਕਿਉਂਕਿ ਉਹਦੀ ਇੱਕ ਫੋਕੀ ਫਾੜੀ ਹੋ ਸਕਦੀ ਹੈ, ਬਸ ਹੋਰ ਕੁਝ ਵੀ ਨਹੀਂ। ਕਾਗਜ਼, ਥੋੜ੍ਹਾ ਜਿਹਾ ਆਪਾਂ ਇੱਥੇ ਰੁਕਾਂਗੇ। ਕਾਗਜ਼ ਦੇ ਉੱਤੇ, ਕਾਗਜ਼ ਦੇ ਦੱਦੇ ਨੂੰ ਸਿਆਰੀ ਹੈ। ਕਾਗਜ਼ ਕਲਮ ਨਾ ਲਿਖਣ ਹਾਰ, ਕਾਗਜ਼ ਦੇ ਉੱਤੇ ਕੋਈ ਕਲਮ ਹੈ ਨਹੀਂ ਤੇ ਨਾ ਕੋਈ ਲਿਖਣ ਵਾਲਾ। ਵੀ ਉਹਦੇ ਪੂਰਨ ਤੌਰ 'ਤੇ ਆਪਾਂ ਭਗਤ ਕਬੀਰ ਜੀ ਬਾਰੇ ਕੋਈ ਕਹਿ ਸਕੀਏ ਨਿਰਧਾਰਤ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ, ਆਵੇਂ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ। ਮੇਰੇ ਸਾਹਿਬ ਕਹਿੰਦੇ ਫਿਰ ਕਾਗਜ਼ ਦੇ ਉੱਤੇ ਕਲਮ ਹੈ, ਨਾ ਕੋਈ ਲਿਖਣ ਵਾਲਾ ਹੈ, ਭਾਵ ਉਹਦੀ ਵਡਿਆਈ ਨਹੀਂ ਲਿਖੀ ਜਾ ਸਕਦੀ। ਮੰਨੇ ਕਾ ਬਹਿ ਕਰਨ ਵਿਚਾਰ, ਵਿਚਾਰਵਣ ਲੋਕੀ ਬਹਿ ਕੇ ਵਿਚਾਰ ਕਰਦੇ ਰਹਿਣ। ਕੀ ਵਿਚਾਰ ਕਰ ਲਣਗੇ ਮੇਰੇ ਗੁਰੂ? ਹੁਣ ਅਨੁਭਵ ਉਹਦਾ ਆਪਣਾ ਹੈ, ਵਿਚਾਰ ਵਾਲਿਆਂ ਨੂੰ ਕੀ ਮਿਲ ਜਾਣਾ? ਸਾਹਿਬ ਜੀ ਕਹਿੰਦੇ ਉੱਥੇ ਵੀ ਪੂਰਨ ਤੌਰ 'ਤੇ ਵਿਚਾਰਵਾਨ ਲੋਕੀ ਨਿੱਠ ਕੇ ਭਾਵੇਂ ਜਿੰਨਾ ਵੀ ਯਤਨ ਕਰ ਲੈਣ, ਮੰਨ ਲਏ ਜਾਣ ਦਾ ਵਿਚਾਰ ਕਰਦੇ ਰਹਿਣ, ਪਰ ਆਖਿਆ ਨਹੀਂ ਜਾ ਸਕਦਾ। ਐਸਾ ਨਾਮ ਨਿਰੰਜਨ ਹੋਏ, ਕਾਲਕ ਤੋਂ ਮਾਇਆ ਤੋਂ ਰਹਿ। ਐਸਾ ਮਾਲਕ ਦਾ ਨਾਮ ਜੇ ਕੋ ਮਨ ਜਾਣੈ ਮਨ ਕੋਇ। ਮੈਂ ਕੱਲ੍ਹ ਬੇਨਤੀ ਕੀਤੀ ਸੀ, 4 ਰੂਪ ਨੇ ਮਨ ਦੇ। ਜੇ ਮਨ ਦਾ ਨੰਨਾ ਔਂਕੜ ਹੈ ਫਿਰ ਮਨ, ਨੌਨ ਇੱਕ ਵਚਨ ਪੁਲੇ। ਜੇ ਮਨ ਦਾ ਨੰਨਾ ਮੁਕਤਾ ਹੈ ਫਿਰ ਆਵਾਜ਼ ਮਾਰੀ ਹੈ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ। ਉੱਥੇ ਆਵਾਜ਼ ਮਾਰੀ, ਤੁਸੀਂ ਵੇਖੋ ਮਨ ਦਾ ਨੰਨਾ ਮੁਕਤਾ ਹੋਏ। ਜਿੱਥੇ ਮਨ ਵਿੱਚ ਗੱਲ ਕੀਤੀ ਹੈ ਉੱਥੇ ਨੰਨੇ ਨੂੰ ਸਿਆਰੀ ਹੈ।
ਜਿੱਥੇ ਮਾਂ ਅੱਖ ਉੱਤੇ ਟਿੱਪੀ ਲੱਗੀ ਹੈ, ਨੰਨੇ ਨੂੰ ਸਿਹਾਰ ਲੱਗੀ ਮਨ, ਉੱਥੇ ਮੰਨਣ ਦੀ ਗੱਲ ਆਈ ਹੈ। ਤੋ ਸਾਹਿਬ ਕਹਿੰਦੇ ਜੇ ਕੋ ਮਨ ਜਾਣੈ ਮਨ ਕੋਇ, ਜੇ ਕੋਈ ਸਾਹਿਬ ਜੀ ਕਹਿੰਦੇ ਐਸੇ ਵਾਹਿਗੁਰੂ ਕਾਲ ਪੁਰਖ ਦੇ ਕਾਲਖ ਤੋਂ ਰਹਿਤ ਮਾਲਕ ਵਾਹਿਗੁਰੂ ਦੇ ਨਾਮ ਨੂੰ ਮਨ ਕਰਕੇ ਮੰਨਣਾ ਕਰੇ, ਮਨ ਕਰਕੇ ਉਸ ਨੂੰ ਮਨ ਵਿੱਚ, ਮਨ ਦੇ ਨੰਨੇ ਨੂੰ ਫਿਰ ਸਿਆਰੀ ਮਨ ਵਿੱਚ ਮਾਣ ਲਏ, ਤੇ ਸਾਹਿਬ ਜੀ ਕਹਿੰਦੇ ਅਜਿਹਾ ਕੋਈ ਵਿਰਲਾ ਹੁੰਦਾ ਜੇ ਕੋ ਮਨ ਜਾਣੈ ਮਨ ਕੋਏ, ਐਸਾ ਕੋਈ ਰੱਬ ਦਾ ਪਿਆਰਾ ਜਿਹੜਾ ਨਿਰੰਜਨ ਵਾਹਿਗੁਰੂ ਦੇ ਨਾਮ ਨਾਲ ਜੁੜਦਾ, ਉਹਦੀ ਅਵਸਥਾ ਆਖੀ ਨਹੀਂ ਜਾ ਸਕਦੀ। ਗੁਰ ਕਿਰਪਾ ਕਰਨ, ਬੇਅੰਤ ਭੁੱਲਾਂ ਦੀ ਖਿਮਾ, ਸਭਨਾਂ ਦਾ ਧੰਨਵਾਦ। ਸਤਿਗੁਰ ਸਭਨਾਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿੱਤੈ ਲਿਹੋ ਵਾਰ। ਆਪਣਾ ਵੀ ਖਿਆਲ ਰੱਖੋ, ਫਿਰ ਪਰਿਵਾਰ ਦਾ ਵੀ ਰੱਖੋ, ਫਿਰ ਆਸ ਪੜੋਸ ਜਿੱਥੇ ਕੋਈ ਜ਼ਰੂਰਤ ਹੋਏ, ਜੋ ਸਾਡੇ ਕੋਲ ਜਥਾ ਸ਼ਕਤ ਹੋਏ, ਜੇ ਲੋੜ ਹੈ ਕਿਸੇ ਨੂੰ ਜ਼ਰੂਰ ਸਹਿਯੋਗ ਦਈਏ।